ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇਹ ਲੜੀਵਾਰ ਜਿਹੜਾ ਹੈਗਾ ਗੁਰਬਾਣੀ ਵਿਚਾਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮਹਾਰਾਜ ਮਿਹਰ ਕਰ ਰਿਹਾ ਆਪਾਂ ਉਹ ਅੱਗੇ ਵਧਾ ਰਹੇ ਹਾਂ ਜੀ। 410 ਅੰਗ ਦੇ ਉੱਤੇ ਹੈਗੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ। ਆਸਾਵਰੀ ਜਿਹੜੀ ਹੈਗੀ ਰਾਗ ਉਹ ਲੈ ਰਹੇ ਹਾਂ। ਉਹਦੇ ਵਿੱਚੋਂ ਪੰਜਵੀਂ ਪਾਤਸ਼ਾਹੀ ਦੇ ਸ਼ਬਦ 160ਵਾਂ ਸ਼ਬਦ ਲੈ ਰਹੇ ਹਾਂ 160। ਔਰ ਲੜੀ ਜਿਹੜੇ ਟੌਪਿਕ ਹੁੰਦਾ ਟੌਪਿਕ ਵਾਈਜ਼ ਗਿਆਨ ਹੈ ਉਹਦੇ ਚੌਥਾ ਸ਼ਬਦ ਲੈ ਰਹੇ ਹਾਂ ਆਪਾਂ। ਅੰਗ 410 410 ਮਹਾਰਾਜ ਮਿਹਰ ਕਰਨ। ਆਸਾਵਰੀ ਮਹੱਲਾ ਪੰਜਵਾਂ। ਏਕਾ ਓਟ ਗਹੋ ਹਾਂ ਗੁਰ ਕਾ ਸ਼ਬਦ ਕਹੋ ਹਾਂ। ਕਹਿੰਦੇ ਮੈਂ ਤਾਂ ਭਾਈ ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਕਿ ਇਸ ਸੰਸਾਰ ਸਮੁੰਦਰ ਜੋ ਮਾਲਕ ਪਰਮਾਤਮਾ ਨੇ ਦੁਨੀਆ ਬਣਾਈ ਹੈ, ਦੁਨੀਆ ਦੇ ਵਿੱਚ ਜਿਹੜੀ ਸਭ ਤੋਂ ਸ੍ਰੇਸ਼ਟ ਜੂਨ ਇਨਸਾਨ ਦੀ ਬਣਾਈ ਹੈ ਔਰ ਇਨਸਾਨ ਦੀ ਜੂਨ 'ਚ ਆਪਾਂ ਨੂੰ ਜਿਹੜਾ ਹੈਗਾ ਜਨਮ ਦਿੱਤਾ ਹੈ। ਔਰ ਇਹ ਚਾਂਸ ਹੈਗਾ, ਇਹੀ ਬਾਰੀ ਹੈਗੀ ਆਪਣੀ ਜਿਹੜੀ ਹੈਗੀ ਇਸ ਖੇਡ 'ਚੋਂ ਬਾਹਰ ਨਿਕਲਣ ਦੀ। ਔਰ ਇਹਦੇ ਵਾਸਤੇ ਮਹਾਰਾਜ ਕਹਿੰਦੇ ਆ ਇੱਕੋ ਹੀ ਰਸਤਾ ਹੈਗਾ, ਇੱਕੋ ਹੀ ਓਟ ਹੈਗੀ ਮਾਲਕ ਪਰਮਾਤਮਾ ਦੀ। ਮਾਲਕ ਨੇ ਆਹੀ ਵਿਧਾਨ ਬਣਾਇਆ ਹੈ। ਮਾਲਕ ਜਿਹੜਾ ਹੈਗਾ ਉਹ ਕਹਿੰਦਾ ਵੀ ਮੇਰਾ ਆਸਰਾ ਲੈ ਲਾ, ਏਕਾ ਓਟ ਗਹੋ ਹਾਂ ਬਸ। ਔਰ ਜੋ ਸਾਧ ਸੰਗਤ ਹੈ, ਸਤ ਸੰਗਤ ਹੈ, ਜੋ ਬ੍ਰਹਮ ਗਿਆਨ ਜਿਨ੍ਹਾਂ ਨੇ ਯਾਤਰਾ ਕਰ ਲਈ ਆ ਉਹਨਾਂ ਤੋਂ ਗਿਆਨ ਲੈ ਲਾ। ਉਹਦੇ ਅਨੁਸਾਰ ਜਿਹੜਾ ਹੈਗਾ ਇਸ ਸੰਸਾਰ ਸਮੁੰਦਰ 'ਚੋਂ ਨਿਕਲ ਸਕਦਾ ਹੈ ਤੂੰ। ਮਹਾਰਾਜ ਕਹਿੰਦੇ ਏਕਾ ਓਟ ਗਹੋ ਹਾਂ, ਮੈਂ ਇੱਕੋ ਉਸ ਮਾਲਕ ਪਰਮਾਤਮਾ ਦੇ ਹੀ ਪਰਣੇ ਹੋ ਕੇ, ਕਿਉਂਕਿ ਉਹੀ ਸਾਰਿਆਂ ਤੋਂ ਉੱਚਾ ਹੈਗਾ ਔਰ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਕੰਟਰੋਲ ਕਰਨ ਵਾਲਾ ਹੈਗਾ ਉਹ ਮਾਲਕ ਪਰਮਾਤਮਾ। ਏਕਾ ਓਟ ਗਹੋ ਹਾਂ, ਮੈਂ ਉਸੇ ਇੱਕੋ ਮਾਲਕ ਪਰਮਾਤਮਾ ਦੀ ਓਟ ਆਸਰਾ, ਮੈਂ ਉਸੇ ਦਾ ਆਸਰਾ ਲੈਣਾ ਹੈ, ਕਿਉਂਕਿ ਉਹੀ ਇੱਕੋ ਹੀ ਹੈਗਾ ਕੱਲਮ ਕੱਲਾ ਮਾਲਕ ਪਰਮਾਤਮਾ। ਬਾਕੀ ਸਾਰੇ ਜਿਹੜੇ ਉਸਦੇ ਬੱਚੇ ਹੈਗੇ ਸਾਰੇ ਦੇ ਸਾਰੇ, ਸਾਰੀਆਂ ਆਤਮਾਵਾਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਜਿਹੜੀਆਂ ਹੈਗੀਆਂ ਉਹ ਉਸ ਮਾਲਕ ਪਰਮਾਤਮਾ ਦਾ ਹੀ ਅੰਸ਼ ਹੈਗੀਆਂ। ਔਰ ਬਾਕੀ ਮਾਲਕ ਨੇ ਜੋ ਦੂਸਰਿਆ ਆਪਾਂ ਨੂੰ, ਜੋ ਆਕਾਰ, ਜੋ ਸ੍ਰਿਸ਼ਟੀ, ਜੋ ਆਪਣਾ ਸਰੀਰ, ਇਹ ਸਾਰਾ ਜਿਹੜਾ ਹੈਗਾ ਇਹ ਫੈਬਰੀਕੇਟਡ ਹੈਗਾ, ਪੰਜਾਂ ਤੱਤਾਂ ਦੀ ਰਚਨਾ ਹੈਗੀ ਆ। ਇਹ ਜਿਹੜਾ ਹੈਗਾ ਹਵਾ, ਪਾਣੀ, ਅੱਗ, ਧਰਤੀ ਮਤਲਬ ਮਿੱਟੀ ਜੋ, ਔਰ ਆਕਾਸ਼ ਸਪੇਸ, ਇਸ ਦੀ ਬਣੀ ਹੋਈ ਹੈ। ਬਾਕੀ ਸਾਰੀਆਂ ਪੰਜ ਤੱਤ ਮਾਲਕ ਨੇ ਬਣਾਏ ਆ, ਪੰਜਾਂ ਤੱਤਾਂ ਤੋਂ ਸਾਰੀ ਸ੍ਰਿਸ਼ਟੀ ਬਣਦੀ ਹੈ। ਸਾਰਾ ਆਕਾਰ ਜੋ ਦਿਸ ਰਿਹਾ ਆ ਉਹ ਇਹਨਾਂ ਤੱਤਾਂ ਤੋਂ ਹੀ ਬਣਦਾ ਹੈ। ਏਕਾ ਓਟ ਗਹੋ ਹੈ ਗੁਰ ਕਾ ਸ਼ਬਦ ਕਹੋ ਹਾਂ। ਕਹਿੰਦੇ ਬਸ ਸਿਰਫ ਮੈਂ ਜੋ ਗੁਰੂ ਮੇਰਾ ਕਹਿ ਰਿਹਾ ਆ, ਸ਼ਬਦ ਦੇ ਦੱਦੇ ਨੂੰ ਔਂਕੜ ਲੱਗੀ ਹੋਈ ਆ। ਕਹਿੰਦੇ ਜੋ ਗੁਰੂ ਕੰਮ ਕਰਨ ਨੂੰ ਮੈਨੂੰ ਕਹਿ ਰਿਹਾ ਆ ਮੈਂ ਉਹੀ ਕੰਮ ਕਰੂੰਗਾ, ਉਹੀ ਮਾਲਕ ਪਰਮਾਤਮਾ ਦਾ ਹੀ ਨਾਮ ਜਪੂੰਗਾ, ਉਹਦਾ ਧਿਆਨ ਕਰੂੰਗਾ, ਉਹਨੂੰ ਸਮਰਨ ਕਰੂੰਗਾ। ਏਕਾ ਓਟ ਗਹੋ ਹਾਂ, ਉਸੇ ਨੂੰ ਸਮਰਨ ਕਰੂੰਗਾ। ਗੁਰ ਕਾ ਸ਼ਬਦ ਕਹੋ ਹਾਂ, ਆਗਿਆ ਸਤ ਸਹੋ ਹਾਂ। ਔਰ ਇਹਦੇ ਵਿੱਚ ਕਿਉਂਕਿ ਆਪਾਂ ਜਿਹੜੇ ਹੈਗੇ ਆ ਇਸ ਦੁਨੀਆ ਦੇ ਵਿੱਚ ਆਏ ਆ, ਆਪਾਂ ਜਿਹੜੇ ਇੱਛਾਵਾਂ ਜੋ ਆਪਣੀਆਂ ਹੁੰਦੀਆਂ ਹੈ ਉਸ ਦੇ ਹਿਸਾਬ ਦੇ ਨਾਲ ਜਿਹੜੀ ਹੈ ਸ੍ਰਿਸ਼ਟੀ ਜਿਹੜੀ ਹੈ, ਮਾਲਕ ਦਾ ਰੂਲ ਹੈਗਾ ਕਿ ਜੋ ਆਪਣੇ ਅੰਦਰ ਇੱਛਾ ਹੋਏਗੀ ਉਸ ਦੇ ਹਿਸਾਬ ਦੇ ਨਾਲ ਫਿਰ ਅੱਗੇ ਗਤੀ ਹੋਏਗੀ ਆਪਣੀ। ਜੇ ਕੋਈ ਇੱਛਾ ਨਹੀਂ ਇਨਸਾਨ ਦੇ, ਮਾਲਕ ਪਰਮਾਤਮਾ ਨੂੰ ਮਿਲਣਾ ਹੈਗਾ, ਮਾਲਕ ਦੀ ਆਸ ਹੈਗੀ, ਫਿਰ ਉਹਦੀ ਗਤੀ ਨਹੀਂ ਹੋ ਸਕਦੀ। ਫਿਰ ਸ੍ਰਿਸ਼ਟੀ ਜਿਹੜੀ ਹੈ ਉਹਨੂੰ ਜਿਹੜੀ ਹੈ ਜੂਨਾਂ ਦੇ ਵਿੱਚ, ਜਨਮ ਦੇ ਵਿੱਚ ਨਹੀਂ ਬਣ ਸਕਦੀ, ਸਰੀਰ ਦੇ ਵਿੱਚ ਕੈਦ ਨਹੀਂ ਕਰ ਸਕਦੀ। ਔਰ ਇਹਦੇ ਵਾਸਤੇ ਜੋ ਆਪਾਂ ਪਹਿਲਾਂ ਕਰਕੇ ਆਏ ਹਾਂ, ਜੋ ਆਪਣੇ ਜਿਹੜੇ ਹੈਗੇ, ਜੋ ਆਪਣੇ ਕਰਮ ਹੈਗੇ, ਉਹ ਕਰਮਾਂ ਦੇ ਅਨੁਸਾਰ ਜਿਹੜਾ ਹੈਗਾ ਆਪਣੇ ਨਾਲ ਜਿਹੜਾ ਹੈਗਾ, ਹੁਣ ਆਪਾਂ ਜੇ ਧਿਆਨ ਸਿਮਰਨ ਕਰੀਏ, ਭਗਤੀ ਕਰੀਏ, ਸੱਚ ਬੋਲੀਏ, ਅਤੇ ਫਿਰ ਜਿਹੜਾ ਹੈਗਾ ਜੇ ਆਪਾਂ ਨੂੰ ਦੁੱਖ ਤਕਲੀਫ ਆਉਂਦੀ ਆ ਅਤੇ ਉਹ ਕਿਉਂ ਆਉਂਦੀ ਆ? ਕਿਉਂਕਿ ਆਪਣਾ ਪਿਛਲੇ ਜਿਹੜੇ ਹੈਗੇ ਲੇਖਾ ਜਿਹੜਾ ਹੈਗਾ, ਭੁਗਤਾਨ ਜਿਹੜਾ ਹੈਗਾ ਉਹਦੇ ਹਿਸਾਬ ਦੇ ਨਾਲ
ਇਹ ਜਿਹੜਾ ਹੈਗਾ ਆਪਣੇ ਨਾਲ ਹੋਣਾ ਹੈ। ਮਾਲਕ ਦੀ ਆਗਿਆ ਇਹਨੂੰ ਕਹਿੰਦੇ ਮੈਂ ਇਹਨੂੰ ਸੱਤ ਕਰਕੇ ਸਹੂੰਗਾ। ਜੋ ਵੀ ਮੇਰੇ ਨਾਲ, ਜੋ ਵੀ ਮੈਨੂੰ ਮਿਲ ਰਿਹਾ, ਜੋ ਕੁਛ ਵੀ ਹੋ ਰਿਹਾ, ਜਿੱਥੇ ਵੀ ਤੂੰ ਰੱਖੇਗਾ, ਜੋ ਕੁਛ ਵੀ ਤੂੰ ਦੇਵੇਂਗਾ, ਜਿਹੇ ਜਿਹੇ ਵੀ ਮਾਹੌਲ ਦੇ ਵਿੱਚ, ਜਿੱਥੇ ਜਿਹੜੀ ਜਗ੍ਹਾ ਦੇ ਉੱਤੇ ਤੂੰ ਮੈਨੂੰ ਮਾਲਕਾ ਮੈਂ ਖੁਸ਼ ਹਾਂ ਉਹਦੇ 'ਤੇ। ਆਗਿਆ ਸੱਤ ਸਹੂੰਗਾ, ਮੈਂ ਤੇਰੀ ਆਗਿਆ ਸੱਤ ਕਰਕੇ ਸਹੂੰਗਾ। ਮੈਂ ਜੋ ਵੀ ਮੇਰੇ ਨਾਲ ਹੋਏਗਾ ਮੈਂ ਬਰਦਾਸ਼ਤ ਕਰੂੰਗਾ। ਆਗਿਆ ਸੱਤ ਸਹੋ ਹਾਂ, ਮਨੈ ਨਿਧਾਨ ਲਹੋ ਹਾਂ। ਬਸ ਮਨ ਦੇ ਵਿੱਚ ਜਿਹੜਾ ਹੈਗਾ ਉਹ ਨਿਧਾਨ ਜਿਹੜਾ ਹੈਗਾ, ਮਨ, ਕਿਉਂਕਿ ਯਾਤਰਾ ਮਨ ਦੀ ਆ, ਭਗਤੀ ਮਨ ਦੀ ਆ। ਮਨ ਨੇ ਨਿਧਾਨ ਲੈਣਾ। ਨਿਧਾਨ ਕਹਿੰਦੇ ਖਜ਼ਾਨਾ, ਅਸਲੀ ਖਜ਼ਾਨਾ ਜਿਹੜਾ ਹੈਗਾ ਪਰਮੇਸ਼ਰ ਦੇ ਨਾਮ ਦਾ ਧਨ, ਪਰਮੇਸ਼ਰ ਜਿਹੜਾ ਹੈਗਾ ਉਹ ਮੈਂ ਲੈ ਲੂੰਗਾ। ਸੁਖ ਹੈ ਨਿਧਾਨ, ਸੁਖ ਹੈ ਸਮਾਈਏ ਮੇਰੇ ਮਨਾ। ਇਸ ਤਰੀਕੇ ਦੇ ਨਾਲ ਹੇ ਮੇਰੇ ਮਨਾ, ਸਮਾਂ ਥੋੜ੍ਹਾ ਹੈਗਾ, ਇਸ ਤਰੀਕੇ ਦੇ ਨਾਲ ਸੁੱਖ ਦੇ ਵਿੱਚ ਸਮਾ ਜਾ। ਚੌਥੇ ਪਦ ਦੇ ਵਿੱਚ ਇਹ ਤਿੰਨ ਗੁਣੀ ਜਿਹੜੀ ਹੈ ਤਮੋ ਰਜੋ ਸਤੋ, ਇਹ ਤਿੰਨ ਗੁਣੀ ਮਾਇਆ ਤੋਂ ਉੱਪਰ ਉੱਠ ਕੇ ਚੌਥੇ ਪਦ ਦੇ ਵਿੱਚ, ਚੌਥਾ ਪਦ ਹੈਗਾ ਇਹ ਆਕਾਰ ਤੋਂ, ਸ੍ਰਿਸ਼ਟੀ ਤੋਂ ਉੱਪਰ ਜਿਹੜਾ ਹੈਗਾ ਉਸ ਨਿਰੰਕਾਰ ਦੇ ਨਾਲ ਜਿਹੜਾ ਹੈਗਾ ਇੱਕਮਿਕ ਹੋ ਜਾਣਾ। ਕਿਉਂਕਿ ਸਾਰੀ ਸ੍ਰਿਸ਼ਟੀ, ਸਾਰੇ ਜੀਵ ਇਹਦੇ ਪਿੱਛੇ, ਇਹ ਜਿਹੜੀ ਹੈਗੀ ਇਹ ਸਾਰੇ ਦੀ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਗਤੀਸ਼ੀਲ ਹੈਗੀ ਆ। ਇਹ ਗਤੀ ਕੌਣ ਦੇ ਰਿਹਾ? ਗਤੀ ਪਰਮਾਤਮਾ ਦੇ ਰਿਹਾ। ਇਹਦੇ ਪਿੱਛੇ ਮਾਲਕ ਪਰਮਾਤਮਾ ਦੀ, ਜਿਵੇਂ ਕੋਈ ਕਠਪੁਤਲੀ ਹੁੰਦੀ ਆ, ਉਹਨੂੰ ਨਚਾਉਣ ਦੇ ਵਾਸਤੇ ਕੋਈ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਉਹ ਸ਼ੋਅ ਕਰਨ ਵਾਲਾ ਬੰਦਾ ਜਿਹੜਾ ਹੈ ਉਹਨੂੰ ਨਚਾਉਂਦਾ ਹੈ। ਉਸੇ ਤਰੀਕੇ ਦੇ ਨਾਲ ਆਪਾਂ ਨੂੰ ਨਹੀਂ ਦਿਸਦਾ, ਇਹ ਸਾਰੇ ਜੀਵ, ਸਾਰੀ ਸ੍ਰਿਸ਼ਟੀ ਜਿਹੜੀ ਹੈ ਉਸ ਮਾਲਕ ਪਰਮਾਤਮਾ ਦੀ ਸ਼ਕਤੀ ਦੇ ਨਾਲ ਇਹ ਜਿਹੜੀ ਹੈ ਮੂਵਮੈਂਟ ਕਰ ਰਹੀ ਹੈ। ਸੁਖ ਹੈ ਸਮਾਈਏ ਮੇਰੇ ਮਨਾ, ਉਹ ਨਹੀਂ ਦਿਸਦਾ, ਉਹੀ ਜਿਹੜਾ ਹੈਗਾ ਚੌਥਾ ਪਦ ਹੈਗਾ, ਉਹਦੇ ਵਿੱਚ ਕਹਿੰਦੇ ਆ ਮੈਂ ਸਮਾ ਜਾਊਂਗਾ। ਰਹਾਓ ਜੀਵਤ ਜੋ ਮਰੇ ਹਾਂ, ਦੁੱਤਰ ਸੋ ਤਰੇ ਹਾਂ। ਹੁਣ ਇਹਦੇ ਵਾਸਤੇ ਕਹਿੰਦੇ ਆ ਜੀਵਤ ਮਰਨਾ ਪਊਗਾ। ਹੁਣ ਜੀਵਤ ਮਰਨਾ ਪਊਗਾ ਤੇ ਫਿਰ ਆਪਾਂ ਯਾਤਰਾ ਕਿਵੇਂ ਕਰਾਂਗੇ? ਜੇ ਆਪਾਂ ਮਾਰੀ ਗਏ, ਜਿਉਂਦੇ ਮਰ ਗਏ, ਤੇ ਫਿਰ ਯਾਤਰਾ ਕਿਵੇਂ ਹੋਏਗੀ? ਫਿਰ ਤੇ ਚਾਂਸ ਖਤਮ ਹੋ ਗਿਆ ਆਪਣਾ। ਫਿਰ ਆਪਾਂ ਨੇ ਇੱਥੇ ਆ ਕੇ ਕੀ ਕਮਾਈ ਕਰ ਲੈਣੀ? ਜੀਵਤ ਮਰਨ ਦਾ ਮਤਲਬ ਹੈਗਾ ਕਿ ਜੋ ਮਾਲਕ ਨੇ, ਜੋ ਦੁਨੀਆ ਦੇ ਵਿੱਚ ਮਾਲਕ ਨੇ ਇਹ ਹਰਡਲ, ਜਿਹੜੇ ਹੈਗੇ ਆ ਖੇਡ ਪਾਈ ਹੋਈ ਆ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ, ਇਹ ਸਾਰੇ ਦੇ ਸਾਰੇ ਆਪਾਂ ਨੂੰ ਸਵਾਦ, ਪਦਾਰਥ, ਚੋਗਾ, ਰਸ-ਕਸ, ਇਹੀ ਸਾਰਾ ਕੁਛ ਹੈ, ਇਹੀ ਹਰਡਲ ਹੈਗੀ ਆ। ਕਿਉਂਕਿ ਦੁਨਿਆਵੀ ਰਸ ਜਿਹੜੇ ਹੈਗੇ ਸਭ ਤੋਂ ਉੱਪਰ, ਦੁਨੀਆ ਦੇ ਵਿੱਚ ਸਭ ਤੋਂ ਜਿਹੜਾ ਤਾਕਤਵਰ ਰਸ ਹੈ ਉਹ ਕਾਮ ਦਾ ਰਸ ਹੈ। ਫਿਰ ਦੇਖ ਲਓ ਕੰਨਾਂ ਦਾ ਰਸ ਹੈ, ਜੀਭ ਦੇ ਸਵਾਦ ਆ, ਹੋਰ ਜਿਹੜੇ ਹੈਗੇ ਆ ਅੱਖਾਂ ਦਾ, ਰੂਪ ਦਾ, ਇਹ ਜਿਹੜਾ ਹੈਗਾ ਪਦਾਰਥਾਂ ਦਾ, ਧਨ ਦੌਲਤ ਦਾ, ਇਹ ਸਾਰੇ ਦੇ ਸਾਰੇ ਮਾਲਕ ਨੇ। ਖਾਣ ਦੇ ਦੇਖੋ ਕਿੰਨੇ ਤਰ੍ਹਾਂ ਦੇ ਸਵਾਦ ਆ, ਕਿਸ ਤਰ੍ਹਾਂ ਇਨਸਾਨ ਜਿਹੜਾ ਹੈਗਾ ਮੈਕਸੀਮਮ ਜਿਹੜਾ ਹੈ ਕਿੰਨਾ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਸਰੀਰ ਜਿਹੜਾ ਹੈਗਾ ਰੋਗੀ ਕਰ ਲੈਂਦਾ ਹੈ, ਫਿਰ ਵੀ ਜਿਹੜਾ ਹੈ ਜੀਭ ਜਿਹੜੀ ਹੈ ਸਵਾਦ ਮੰਗਦੀ ਹੈ। ਇਹ ਮਹਾਰਾਜ ਕਹਿ ਰਹੇ ਆ, ਕਹਿੰਦੇ ਜੀਵਤ ਜੋ ਮਰੇ ਹੈ, ਜਿਹੜਾ ਕਹਿੰਦੇ ਆਪਣੇ ਇਹ ਰਸਾਂ ਕਸਾਂ ਤੋਂ, ਦੁਨਿਆਵੀ ਰਸ ਜਿਹੜੇ ਹੈਗੇ ਇਹਨਾਂ ਤੋਂ ਜਿਉਂਦੇ ਚੀਜ਼ ਜਿਹੜਾ ਹੈਗੇ ਇਨਸਾਨ, ਆਪਾਂ ਜਦ ਤੱਕ ਇਨਸਾਨ ਆਪਣਾ ਸਰੀਰ ਹੈਗਾ, ਇਹ ਯਾਤਰਾ ਹੈਗੀ, ਇਹਦੇ ਵਿੱਚ ਜਿਹੜਾ ਹੈਗਾ ਇਹਨਾਂ 'ਤੇ ਕੰਟਰੋਲ ਕਰ ਲੈਂਦਾ। ਕਿਉਂਕਿ ਦੇਖੋ ਖਾਣੇ ਬਗੈਰ ਤਾਂ ਆਪਣਾ ਪੇਟ ਜਿਹੜਾ ਹੈਗਾ ਆਪਾਂ ਤਾਂ ਜਿਹੜਾ ਹੈਗਾ ਸਰੀਰ ਚੱਲ ਹੀ ਨਹੀਂ ਸਕਦਾ। ਇਸ ਕਰਕੇ ਆਪਾਂ ਨੂੰ ਮਿਨੀਮਮ ਜਿਹੜੀ ਨੀਡਫੁਲ ਹੈ, ਜਿੰਨੀ ਕੁ ਆਪਣਾ ਰਿਕੁਆਇਰਮੈਂਟ ਹੈ ਓਨਾ ਕੀ ਆਪਾਂ ਨੇ ਯੂਜ਼ ਕਰਨਾ ਹੈ ਬਸ। ਇਹਨੂੰ ਕਹਿੰਦੇ ਆ ਰਾਜ ਯੋਗ। ਇਹ ਹੈਗਾ ਆਪਣਾ ਜੀਵਤ ਮਰਨਾ। ਨਹੀਂ ਤਾਂ ਆਪਾਂ ਜਿਹੜੇ ਹੈਗੇ, ਜੇ ਕਹੀਏ ਕਿ ਆਪਾਂ ਜਿਹੜੇ ਹੈਗੇ ਆ ਇਹ ਸਾਰਾ ਕੁਝ ਛੱਡ ਦਈਏ, ਨਹੀਂ ਭਾਈ, ਉਹ ਪ੍ਰੈਕਟੀਕਲ ਨਹੀਂ ਹੈਗਾ। ਜੀਵਤ ਮਰਨਾ ਹੈ, ਨੀਡਫੁਲ ਆਪਣੀ ਜਿੰਨੀ ਕੁ ਰਿਕੁਆਇਰਮੈਂਟ ਹੈ ਓਨਾ ਕੁ ਲਈਏ। ਇਸ ਨੂੰ ਜਿਹੜਾ ਹੈਗਾ ਇਹ ਪਦਾਰਥਾਂ ਨੂੰ, ਇਹ ਰਸਾਂ ਕਸਾਂ ਨੂੰ, ਇਸੇ ਨੂੰ ਆਪਾਂ ਟਾਰਗੇਟ ਨਾ ਸਮਝੀਏ। ਆਪਣੀ ਜੀਵਨ ਜਿਹੜੀ ਪ੍ਰਾਣ ਸ਼ਕਤੀ ਮਿਲੀ ਹੋਈ ਆ ਆਪਾਂ ਨੂੰ, ਉਹਨੂੰ ਜਿਹੜੇ ਹੈਗੇ ਜਿਹੜੀ ਹੈ ਇਸ ਦੁਨਿਆਵੀ ਜਿਹੜੇ ਹੈਗੇ ਪਦਾਰਥਾਂ ਦੇ ਵਾਸਤੇ, ਜਿਹੜੇ ਦੁਨਿਆਵੀ ਭੋਗ ਵਿਲਾਸ, ਦੁਨਿਆਵੀ ਜਿਹੜੇ ਹੈਗੇ ਰਸਕਸ, ਇਹਨਾਂ ਦੇ ਵਿੱਚ ਨਾ ਆਪਾਂ ਖਤਮ ਕਰੀਏ। ਇਹਨੂੰ ਕਹਿੰਦੇ ਜੀਵਤ ਮਰਨਾ। ਨਹੀਂ ਤਾਂ ਆਪਣਾ ਚਾਂਸ ਜਿਹੜਾ ਹੈਗਾ ਵੇਸਟ ਹੋ ਜਾਏਗਾ। ਜੀਵਤ ਜੋ ਮਰੇ ਹਾਂ,
ਦੁੱਤਰ ਸੋ ਤਰੇ ਹਾਂ। ਬਸ ਉਹੀ ਕਹਿੰਦੇ ਆ, ਇਹ ਦੁੱਤਰ ਕਹਿੰਦੇ ਆ ਨਹੀਂ ਤਰਿਆ ਜਾਣ ਵਾਲਾ, ਔਖਾ ਸੰਸਾਰ ਸਮੁੰਦਰ। ਹੁਣ ਸੰਸਾਰ ਸਮੁੰਦਰ ਕੀ ਹੈਗਾ? ਕੋਈ ਸੰਸਾਰ ਸਮੁੰਦਰ ਥੋੜ੍ਹੀ ਨਾ ਹੈਗਾ। ਸੰਸਾਰ ਸਮੁੰਦਰ ਆਹੀ ਜਿਹੜੇ ਰਸਕਸ, ਆਹੀ ਸਵਾਦ ਹੈ, ਇਹੀ ਸੰਸਾਰ ਸਮੁੰਦਰ ਹੈ। ਇਹ ਜੋ ਕੁਛ ਆਪਣਾ, ਜਿੱਥੇ ਆਪਣਾ ਅਟਰੈਕਟ ਹੁੰਦੇ ਹਾਂ ਆਪਾਂ, ਜਿਹੜੀ ਵੀ ਚੀਜ਼ ਆਪਾਂ ਕਰਨਾ ਚਾਹੁੰਦੇ ਹਾਂ, ਜਿਹੜੀ ਵੀ ਚੀਜ਼ ਖਾਣਾ ਚਾਹੁੰਦੇ ਹਾਂ, ਭੋਗਣਾ ਚਾਹੁੰਦੇ ਹਾਂ, ਸੁਣਨਾ ਚਾਹੁੰਦੇ ਹਾਂ, ਉਹ ਆ ਦੁੱਤਰ। ਆਹੀ ਹੈਗੀ ਹਰਡਲ। ਦੁੱਤਰ ਸੋ ਤਰੇ ਹਾਂ ਜੀਵਤ ਜੋ ਮਰੇ ਹੈ। ਕਹਿੰਦੇ ਜਿਹੜਾ ਜਿਹਨੇ ਆਪਣੇ ਉੱਪਰ ਕੰਟਰੋਲ ਕਰ ਲਿਆ। ਕੰਟਰੋਲ ਕਰਨਾ ਹੈ, ਮਨ ਨੂੰ ਕੰਟਰੋਲ ਕਰਨਾ ਹੈ ਆਪਾਂ ਨੇ। ਇਹ ਕਹੀਏ ਵੀ ਅੱਖਾਂ ਜਿਹੜੀਆਂ ਹੈਗੀਆਂ, ਜਿਹੜੀਆਂ ਦੁਨਿਆਵੀ ਰੂਪ ਜਿਹੜੀਆਂ ਦੇਖਦੀਆਂ, ਪਰਾਇਆ ਤਨ ਪਰਾਇਆ ਰੂਪ ਦੇਖਦੀਆਂ, ਇਸ 'ਚੋਂ ਅੱਖਾਂ ਹਟ ਜਾਣਗੀਆਂ? ਨਹੀਂ, ਅੱਖਾਂ ਕਿਵੇਂ ਹਟਾਂਗੇ? ਦੁਨੀਆ 'ਚ ਰਹਿਣਾ ਆਪਾਂ ਨੇ, ਅੱਖਾਂ ਤਾਂ ਖੋਲ੍ਹਣੀਆਂ ਪੈਣੀਆਂ। ਫਿਰ ਜਿਹੜਾ ਹੈਗਾ ਆਹੀ ਹੈਗਾ ਬਈ ਦੇਖ ਕੇ ਆਪਾਂ ਨੇ ਉਸੇ ਵੇਲੇ ਜਿਹੜਾ ਹੈਗਾ ਆਪਣੇ ਅੰਦਰ ਜਿਹੜਾ ਹੈਗਾ ਉਹ ਮਾਲਕ ਦੇ ਨਾਲ ਜੁੜਨਾ ਹੈ। ਔਰ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਭਾਈ ਮੈਂ ਇਸ ਚੀਜ਼ ਤੋਂ ਪਾਸੇ ਹੋਣਾ ਹੈ। ਇਹ ਜਿਹੜਾ ਹੈ ਇਹ ਹਰਡਲ ਹੈ, ਇਹ ਰੁਕਾਵਟ ਹੈਗੀ ਆ। ਜੀਵਤ ਜੋ ਮਰੇ ਹਾਂ ਦੁੱਤਰ ਸੋ ਤਰੇ ਹਾਂ। ਉਹੀ ਤਰ ਸਕਦਾ ਹੈ ਭਾਈ ਸੰਸਾਰ ਸਮੁੰਦਰ। ਔਰ ਇਹਦੇ ਵਾਸਤੇ ਸਭ ਕੀ ਰੇਨ ਹੋਏ ਹਾਂ। ਇੱਕ ਹੋਰ ਨੁਕਤਾ ਦੇ ਰਹੇ ਮਹਾਰਾਜ, ਬਈ ਜਿਹੜਾ ਹੈਗਾ ਨਿਮਰਤਾ ਧਾਰਨ ਕਰ ਔਰ ਸਾਰਿਆਂ ਦੀ ਰੇਣ ਹੋ ਜਾ। ਕੋਈ ਬੱਚਾ ਹੈ, ਵੱਡਾ ਹੈ, ਮਤ ਜੇ ਤੂੰ ਸਮਝਦਾ ਤੈਨੂੰ ਬਹੁਤ ਗਿਆਨ ਹੈਗਾ, ਨਾ, ਆਪਣੇ ਆਪ ਨੂੰ ਬਿਲਕੁਲ ਨਿਮਰਤਾ ਦੇ ਵਿੱਚ ਥੱਲੇ ਰੱਖ। ਜੀਵਤ ਜੋ ਮਰੇ ਹਾਂ ਦੁੱਤਰ ਸੋ ਤਰੇ ਹਾਂ, ਸਭ ਕੀ ਰੇਣ ਹੋਏ ਹਾਂ। ਸਾਰਿਆਂ ਦੀ ਰੇਣ ਹੋ ਜਾ, ਆਪਣੇ ਤੋਂ ਉੱਪਰ ਸਮਝ ਹਰੇਕ ਨੂੰ। ਨਿਰਭਉ ਕਹੋ ਸੋਏ ਹਾਂ। ਬਸ ਉਹ ਨਿਰਭਉ, ਉਹ ਮਾਲਕ ਪਰਮਾਤਮਾ ਹੈ, ਉਹਨੂੰ ਹੀ ਕਹਿਣਾ ਆ ਉਹਦੀ ਸੋਏ। ਨਿਰਭਉ ਕਹੋ ਸੋਏ ਹਾਂ। ਸੋਏ ਦਾ ਮਤਲਬ ਹੁੰਦਾ ਸੋਭਾ। ਕਹਿੰਦੇ ਮੈਂ ਉਸ ਨਿਰਭਉ ਮਾਲਕ ਪਰਮਾਤਮਾ ਦੀ ਹੀ ਸੋਭਾ ਕਰਦਾ ਹਾਂ। ਨਿਰਭਉ ਕਹੋ, ਮੈਂ ਉਸੇ ਨੂੰ ਕਹੂੰਗਾ, ਉਸੇ ਦੀ ਭਗਤੀ ਕਰੂੰਗਾ, ਉਸੇ ਦਾ ਧਿਆਨ ਕਰੂੰਗਾ। ਨਿਰਭਉ ਕਹੋ ਸੋਏ ਹਾਂ ਮਿਟੇ ਅੰਦੇਸਿਆ। ਹਾਂ, ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਅੰਦੇਸ਼ਾ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਡੁਆਲਿਟੀ ਦੇ ਵਿੱਚ ਰਹਿੰਦਾ ਆ। ਇਹ ਅੰਦੇਸ਼ਾ ਮਤਲਬ ਜਿਹੜਾ ਇਨਸਾਨ ਨੂੰ ਜਿਹੜਾ ਹੈਗਾ ਉਹਦੇ ਅੰਦਰ ਜਿਹੜਾ ਸਹਿਮ, ਇਹ ਇਸ ਤਰੀਕੇ ਦੇ ਨਾਲ ਮਿਟਦਾ ਹੈ। ਸੰਤ ਉਪਦੇਸਿਆ ਮੇਰੇ ਮਨਾ। ਇਹ ਕਿੱਥੋਂ? ਕਹਿੰਦੇ ਮੇਰੇ ਸੰਤ ਨੇ, ਮੇਰੇ ਗੁਰੂ ਨੇ ਆਹੀ ਉਪਦੇਸ਼ ਦਿੱਤਾ ਹੈ ਪਿਆਰਿਓ, ਆਹੀ ਉਪਦੇਸ਼ ਦਿੱਤਾ ਹੈ ਮੇਰੇ ਗੁਰੂ ਨੇ। ਸੰਤ ਉਪਦੇਸ਼ ਹੈ। ਸੰਤ ਜਿਹੜੇ ਹੈਗੇ ਪਲੂਰਲ ਲਿਖਿਆ ਇੱਥੇ, ਤੱਤੇ ਨੂੰ ਔਂਕੜ ਨਹੀਂ ਹੈ, ਪਰਟੀਕੂਲਰ ਸੰਤ ਨਹੀਂ ਹੈ। ਕਹਿੰਦੇ ਸੰਤ ਮਤਲਬ ਬ੍ਰਹਮ ਗਿਆਨੀਆਂ ਦਾ ਆਹੀ ਉਪਦੇਸ਼ ਹੈਗਾ। ਐਸੇ ਤਰੀਕੇ ਦੇ ਨਾਲ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ ਜੇ ਆਪਾਂ ਸਾਰਿਆਂ ਦੀ ਰੇਣ ਹੋਈਏ ਔਰ ਨਿਰਭਉ ਨੂੰ ਕਹੀਏ, ਉਸ ਮਾਲਕ ਪਰਮਾਤਮਾ ਦੀ ਭਗਤੀ ਕਰੀਏ ਔਰ ਜੀਵਤ ਮਰੀਏ। ਆਪਣੇ ਸਵਾਦਾਂ ਤੇ ਰਸਾਂ ਕਸਾਂ ਤੇ ਕੰਟਰੋਲ ਕਰੀਏ, ਮਨ ਤੇ ਕੰਟਰੋਲ ਕਰੀਏ। ਮਨ ਜੀਤੇ ਜਗ ਜੀਤ। ਜਿਸ ਜਨ ਨਾਮ ਸੁਖ ਹਾਂ ਤਿਸ ਨਿਕਟ ਨਾ ਕਦੇ ਦੁੱਖ ਹਾਂ। ਜਿਸ ਜਨ ਦੇ ਕੋਲ ਵੀ ਦੇਖ ਲਓ ਨਾਮ ਵਾਲਾ ਸੁਖ ਹੈ, ਜਿਹੜਾ ਪਰਮੇਸ਼ਰ ਨਾਮ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਇਹ ਅੰਮ੍ਰਿਤ ਨਾਮ ਆਪਣੀ ਦੇਹੀ ਦੇ ਵਿੱਚ ਹੈਗਾ। ਬਸ ਇਹ ਇੱਥੋਂ ਦੇਹੀ ਦੇ ਵਿੱਚੋਂ ਜਿਹੜਾ ਹੈਗਾ ਇਹਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿ ਲਓ, ਜਾਂ ਇਹ ਕਹਿ ਲਓ ਕਿ ਸਾਰਾ ਜੋ ਰਸਕਸ ਜੋ ਚੋਗਾ ਪਾਇਆ ਹੋਇਆ ਜੋ ਮਾਲਕ ਨੇ ਇਹਦੇ ਥੱਲੇ ਦੱਬਿਆ ਹੋਇਆ, ਇਹ ਚੋਗੇ ਤੋਂ ਜਿਹਨੇ ਕੰਟਰੋਲ ਕਰ ਲਿਆ ਉਹ ਜਿਹੜਾ ਅੰਮ੍ਰਿਤ ਤੱਕ ਪਹੁੰਚ ਜਾਏਗਾ, ਉਹ ਨਾਮ ਦਾ ਸੁੱਖ ਲੈ ਲਏਗਾ। ਜਿਸ ਜਨ ਨਾਮ ਸੁਖਾਂ ਤਿਸ ਨਿਕਟ ਨਾ ਕਦੇ ਦੁੱਖਾਂ। ਉਹਦੇ ਨਿਕਟ ਕਦੇ ਵੀ ਦੁੱਖ ਨਹੀਂ ਹੋ ਸਕਦਾ। ਜੋ ਹਰ ਹਰ ਜਸ ਸੁਨੇਹਾ ਸਭ ਕੋ ਤਿਸ ਮਨੇਹਾ। ਕਹਿੰਦੇ ਜਿਹੜਾ ਵੀ ਹਰ ਹਰ ਜਸ ਕੀ ਹੈ? ਧਿਆਨ ਸਿਮਰਨ ਪਰਮਾਤਮਾ ਦੀ ਭਗਤੀ। ਜੋ ਹਰ ਹਰ ਜਸ ਸੁਨੇਹਾ ਸਭ ਕੋ ਤਿਸ ਮਨੇਹਾ। ਕਹਿੰਦੇ ਸਾਰੇ ਜਿਹੜੇ ਹੈਗੇ ਜਿਹੜਾ ਵੀ ਇਸ ਲਿਵ ਵਾਲੀ ਯਾਤਰਾ ਕਰਨਾ ਸ਼ੁਰੂ ਕਰਦਾ ਹੈ, ਉਹ ਹੌਲੀ ਹੌਲੀ ਜਿਹੜਾ ਹੈਗਾ ਉਹਦੇ ਅਵਗੁਣ ਚਲੇ ਜਾਂਦੇ, ਗੁਣ ਪ੍ਰਗਟ ਹੋ ਜਾਂਦੇ। ਉਹ ਇਨਸਾਨ ਦਾ ਜੀਵਨ ਜਿਹੜਾ ਹੈਗਾ ਉਹ ਫੁੱਲ ਵਰਗਾ ਹੋ ਜਾਂਦਾ, ਗੁਲਾਬ ਦੇ ਫੁੱਲ ਵਰਗਾ। ਉਹਦੇ 'ਚੋਂ ਖੁਸ਼ਬੂ ਆਉਂਦੀ ਹੈ, ਫਿਰ ਸਾਰੇ ਮੰਨਦੇ ਆ ਉਹਨੂੰ। ਜੋ ਹਰ ਹਰ ਜਸ ਸੁਨੇਹਾ ਸਭ ਕੋ ਤਿਸ ਮਨੇਹਾ। ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਉਹ ਸਾਰੇ ਆਟੋਮੈਟਿਕਲੀ ਜਿਹੜੇ ਹੈਗੇ ਉਹ ਸਾਰੇ ਪ੍ਰਭਾਵਿਤ ਹੋ ਜਾਂਦੇ। ਜੋ ਹਰ ਹਰ ਜਸ ਸੁਨੇ, ਹੁਣ ਫੁੱਲ ਨੂੰ ਕਹਿਣਾ ਪੈਂਦਾ ਵੀ ਮੇਰੀ ਖੁਸ਼ਬੂ ਲੈ ਲਓ,
ਜੋ ਹਰ ਹਰ ਜਸ ਸੁਨੇਹਾ ਸਭ ਕੋ ਤਿਸ ਮਨੇਹਾ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਆਇਆ ਮੇਰੇ ਮਨਾ। ਐਸਾ ਜਿਹੜਾ ਹੈਗਾ ਅਭਿਆਸੀ, ਐਸਾ ਜਿਹੜਾ ਹੈਗਾ ਇਨਸਾਨ, ਭਾਵੇਂ ਕੋਈ ਬੰਦਾ ਹੈ ਭਾਵੇਂ ਕੋਈ ਤੀਵੀਂ ਹੈਗੀ, ਬਾਣੀ ਇਸ ਨੂੰ ਨਹੀਂ, ਬਾਣੀ ਗੱਲ ਤੋਂ ਥੱਲੇ ਨਹੀਂ ਜਾਂਦੀ, ਬਾਣੀ ਬਸ ਇਨਸਾਨ ਦਾ ਜਾਮਾ ਹੋਣਾ ਚਾਹੀਦਾ ਹੈ। ਉਹੀ ਜਿਹੜਾ ਹੈਗਾ ਇਹ ਚੌਥੇ ਪਦ 'ਚ ਜਾ ਸਕਦਾ ਹੈ। ਸਭ ਕੋ ਤਿਸ ਮਨੇਹਾ ਜੋ ਹਰ ਹਰ ਜਸ ਸੁਨੇਹਾ ਸਭ ਕੋ ਤਿਸ ਮਨੇਹਾ ਸਫਲ ਸੋ ਆਇਆ ਹਾਂ। ਉਹੀ ਆਇਆ, ਸਫਲ ਹੈ ਸੰਸਾਰ ਦੇ ਵਿੱਚ। ਉਸਨੇ ਗੇਮ ਖੇਡ ਲਈ, ਜਿੱਤ ਗਿਆ, ਖੱਟੀ ਕਰ ਲਈ, ਸਵਾਸ ਜਿਹੜੇ ਮਿਲੇ ਸੀ, ਮਨੁੱਖਾ ਸਰੀਰ ਮਿਲਿਆ ਸੀਗਾ, ਉਹਨੂੰ ਯੂਟੀਲਾਈਜ਼ ਕਰ ਲਿਆ, ਉਹ ਚਾਂਸ ਇਹ ਬਾਰੀ ਜਿਹੜੀ ਹੈਗੀ ਜਿੱਤ ਗਿਆ। ਬਾਕੀ ਜਿਹੜੇ ਹੈਗੇ ਇਹ ਗੇਮ ਨੂੰ ਹਾਰ ਗਏ। ਆਹੀ ਗੇਮ ਹੈਗੀ। ਇੱਕ ਪਾਸੇ ਮਾਲਕ ਹੈਗਾ, ਦਰਸ਼ਕ ਬਣ ਕੇ ਖੇਡ ਰਿਹਾ ਹੈ, ਔਰ ਉਹਦੀ ਮਾਇਆ ਜਿਹੜੀ ਹੈਗੀ ਪ੍ਰਕਿਰਤੀ ਹੈਗੀ ਆ, ਔਰ ਇਹਦੇ ਨਾਲ ਆਪਣੀ ਟੱਕਰ ਹੈਗੀ ਪ੍ਰਕਿਰਤੀ ਦੇ ਨਾਲ। ਇੱਥੇ ਜਿਹੜੀ ਹੈਗੀ ਗਲਤ ਚਾਲ ਨਹੀਂ ਚੱਲ ਸਕਦੀ, ਗਲਤ ਚਾਲ ਚੱਲਾਂਗੇ ਤੇ ਹਾਰ ਜਾਵਾਂਗੇ ਗੇਮ ਨੂੰ ਪਾਏ। ਇਸ ਕਰਕੇ ਆ ਬ੍ਰਹਮ ਗਿਆਨੀਆਂ ਨੂੰ, ਗੁਰੂਆਂ ਨੂੰ, ਸੰਤਾਂ ਨੂੰ, ਭਗਤਾਂ ਨੂੰ, ਇਹਨਾਂ ਨੂੰ ਆਪਣੀ ਸਾਈਡ 'ਤੇ ਲਓ। ਜੋ ਇਹ ਕਹਿ ਰਹੇ ਸਾਈਡ 'ਤੇ ਲੈਣ ਨੂੰ ਕੀ ਹੈ, ਜਿਵੇਂ ਇਹ ਕਹਿ ਰਹੇ ਆ ਭਾਈ ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਰੱਖ, ਸਾਰਿਆਂ ਦੀ ਰੇਣ ਹੋ ਜਾ। ਆ ਸਾਰੇ ਜਿਹੜੇ ਨੁਕਤੇ ਦੇ ਰਹੇ ਆ ਵੀ ਨਿਰਭਉ ਨੂੰ ਮਾਲਕ ਪਰਮਾਤਮਾ ਦੀ ਧਿਆਨ ਸਿਮਰਨ ਕਰ, ਔਰ ਜਿਹੜਾ ਹੈਗਾ ਸੰਕੋਚ ਕੇ ਜਿਹੜਾ ਹੈਗਾ ਪਦਾਰਥਾਂ ਨੂੰ ਯੂਜ਼ ਕਰ। ਆਹ ਨੁਕਤੇ ਜਿਹੜੇ ਹੈਗੇ ਦੇ ਰਹੇ ਆ, ਸੰਤ ਉਪਦੇਸ਼ ਦੇ ਰਹੇ ਆ, ਤਾਂ ਆਪਾਂ ਜਿਹੜੇ ਆ ਜੇ ਇਹਨਾਂ ਦੇ ਹਿਸਾਬ ਦੇ ਨਾਲ ਚਾਲ ਚੱਲਾਂਗੇ, ਆਪਾਂ ਇਹਨਾਂ ਨੂੰ ਆਪਣੀ ਸਾਈਡ 'ਤੇ ਲੈ ਕੇ ਕੋਚ ਹੈਗੇ ਆਪਣੇ, ਤੇ ਆਪਾਂ ਨੂੰ ਕੋਈ ਹਰਾ ਨਹੀਂ ਸਕਦਾ। ਬਸ ਆਹੀ ਗੇਮ ਹੈਗੀ ਆ। ਸਫਲ ਸੋ ਆਇਆ ਹਾਂ ਨਾਨਕ ਪ੍ਰਭ ਆਇਆ ਮੇਰੇ ਮਨਾ। ਬਸ ਉਹੀ ਜਿਹੜਾ ਹੈਗਾ ਪਰਮਾਤਮਾ ਨੂੰ ਪਾ ਜਾਂਦਾ ਹੈ ਭਾਈ। ਪਰਮਾਤਮਾ ਨੂੰ ਉਹ ਪਾਉਂਦਾ ਹੈ ਜਿਹੜਾ ਮਾਲਕ ਨੇ ਜੋ ਖੇਡ ਬਣਾਈ ਹੈ, ਜਿਸ ਤਰ੍ਹਾਂ ਦਾ ਉਹਨੇ ਰੱਖਿਆ ਨਿਕਲਣ ਦਾ ਰਸਤਾ, ਜਿਹੜਾ ਉਹਨੂੰ ਬੁੱਝ ਜਾਂਦਾ ਹੈ, ਜਿਹੜਾ ਨਿਕਲਣ ਨੂੰ ਇਸ ਰਸਤੇ 'ਤੇ ਜਿਹੜਾ ਹੈਗਾ ਇਹ ਚੱਲ ਪੈਂਦਾ ਹੈ, ਮਾਲਕ ਜਿਹੜਾ ਹੈਗਾ ਖੁਸ਼ ਹੋ ਜਾਂਦਾ ਹੈ ਉਹਦੇ 'ਤੇ। ਨਾਨਕ ਪ੍ਰਭ ਆਇਆ ਮੇਰੇ ਮਨਾ, ਹੇ ਮੇਰੇ ਮਨਾ ਤੂੰ ਵੀ ਕਰ ਲਾ ਔਰ ਮਾਲਕ ਨੂੰ ਪਾ ਜਾ, ਸਫਲ ਹੋ ਜਾ। ਆ ਦੇਹੀ ਸਫਲ ਕਰ ਲਾ। ਸਵਾਸ ਹੈਗੇ ਤੇਰੇ ਕੋਲ, ਸਰੀਰ ਹੈਗਾ ਤੇਰਾ, ਹਾਲੇ ਚਾਂਸ ਹੈਗਾ ਤੇਰਾ, ਹਾਲੇ ਪੇਪਰ ਲਿਖ ਸਕਦਾ ਹੈ, ਕਰ ਸਕਦਾ ਹੈ ਕੁਛ। ਆਸਾ ਵਰੀ ਮਹੱਲਾ ਪੰਜਵਾਂ। ਮਿਲ ਹਰ ਜਸ ਗਾਈਏ ਹਾਂ। ਦੇਖੋ ਜੇ ਭਗਤੀ ਕਰਨੀ ਹੈ ਪਿਆਰਿਆ ਤੇ ਦੇਖ ਸਾਧ ਸੰਗਤ ਲੈਣੀ ਪਊਗੀ ਤੈਨੂੰ, ਮਿਲਣਾ ਸੰਗਤ ਦੇ ਵਿੱਚ ਮਿਲਣਾ ਪਊਗਾ। ਆਹ ਸੰਗਤ ਕਰ ਰਹੇ ਹਾਂ ਆਪਾਂ, ਆਪ ਗੁਰੂ ਦੀ ਸੰਗਤ ਕਰ ਰਹੇ ਹਾਂ, ਬ੍ਰਹਮ ਗਿਆਨੀਆਂ ਦੀ ਸੰਗਤ ਕਰ ਰਹੇ ਹਾਂ। ਆ ਪੰਜਵੀਂ ਪਾਤਸ਼ਾਹੀ ਬੋਲ ਰਹੀ ਹੈ, ਔਰ ਲਗਾਤਾਰ ਦੇਖ ਲਓ। ਪਹਿਲੀ ਐਸਾ ਮਾਰਗ ਹੈਗਾ ਇਹ ਪ੍ਰੇਮਾ ਭਗਤੀ ਵਾਲਾ, ਨਿਮਰਤਾ ਗਰੀਬੀ ਵਾਲਾ, ਕਿ ਮਹਾਰਾਜ ਨੇ ਦੇਖੋ ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀਂ, ਛੇਵੀਂ, 10 ਤੱਕ 10 ਪਾਤਸ਼ਾਹੀਆਂ ਰੈਗੂਲਰ ਇੱਕਦਮ ਜਿਹੜੇ ਹੈਗੇ ਲੜੀਵਾਰ ਜਿਹੜੇ ਹੈਗੇ ਦੇਖ ਲਓ ਇਹ ਬ੍ਰਹਮ ਗਿਆਨੀ ਪੈਦਾ ਕੀਤੇ। ਫੁੱਲ ਪ੍ਰੂਫ ਮਾਰਗ ਹੈਗਾ, 10 ਵਾਰੀ ਟੈਸਟ ਹੋ ਗਿਆ ਦੇਖ ਲਓ। ਔਰ ਇਹਨਾਂ ਦੇ ਨਾਲ ਕਿੰਨੇ ਕੁ ਹੋਰ ਬ੍ਰਹਮ ਗਿਆਨੀ ਅਣਗਿਣਤ ਹੋ ਗਏ। ਇੰਨਾ ਫੁੱਲ ਪ੍ਰੂਫ ਟੈਸਟਡ ਜਿਹੜਾ ਹੈਗਾ ਆਪਣੇ ਕੋਲ ਗਿਆਨ ਹੈਗਾ। ਇਸ ਗਿਆਨ ਨੂੰ ਲੈ ਕੇ ਜਸ ਕਰੀਏ, ਪਰਮਾਤਮਾ ਦਾ ਭਗਤੀ ਕਰੀਏ, ਨਿਕਲਣ ਦਾ ਕੰਮ ਕਰੀਏ। ਮਿਲ ਹਰ ਜਸ ਗਾਈਏ ਹਾਂ। ਗਾਉਣਾ ਜਿਹੜਾ ਹਰ ਜਸ ਕਰਨਾ ਕੀ ਹੈ, ਧਿਆਨ ਸਿਮਰਨ ਕਰਨਾ, ਭਗਤੀ ਕਰਨੀ। ਆਹ ਜਿਹੜੀ ਆਪਾਂ ਬਾਣੀ ਦਾ ਵਿਚਾਰ ਕਰ ਰਹੇ ਹਾਂ, ਇਹਨੂੰ ਬਾਣੀ ਨੂੰ ਗਾ ਰਹੇ ਹਾਂ, ਠੀਕ ਆ, ਇਹ ਵੀ ਜਾਸੀ ਕਰ ਰਹੇ ਹਾਂ, ਇਹ ਆਪਾਂ ਲੈ ਰਹੇ ਹਾਂ ਭਾਈ, ਆਪਣੇ ਗੁਰੂ ਨੂੰ ਕੰਸਲਟ ਕਰ ਰਹੇ ਹਾਂ, ਬ੍ਰਹਮ ਗਿਆਨੀਆਂ ਨੂੰ ਕੰਸਲਟ ਕਰ ਰਹੇ ਹਾਂ ਬਈ ਕੀ ਕਰਨਾ ਆ, ਕਿਸ ਤਰ੍ਹਾਂ ਜਿਹੜਾ ਹੈਗਾ ਮੈਂ ਚੱਲਣਾ। ਕਿਉਂਕਿ ਆਪਾਂ ਇਹ ਬਾਰ ਜਿਹੜੇ ਹੈਗੇ ਗੇਮ ਖੇਡ ਔਖੀ ਹੈ, ਬਾਰ ਭੁੱਲ ਜਾਵਾਂਗੇ ਆਪਾਂ। ਮਿਲ ਹਰ ਜਸ ਗਾਈਏ ਹਾਂ, ਪਰਮ ਪਦ ਪਾਈਏ ਹਾਂ। ਪਰਮ ਪਦ ਸਭ ਤੋਂ ਉੱਚੀ ਅਵਸਥਾ ਮਿਲ ਜਾਏਗੀ ਭਾਈ। ਇਹ 3 ਗੁਣਾ ਤੋਂ ਉੱਪਰ, ਸਰੀਰ ਦੀ ਕੈਦ 'ਚੋਂ, ਸੰਸਾਰ ਤੋਂ ਉੱਪਰ। ਇੱਥੇ ਇਸੇ ਜਨਮ ਦੇ ਵਿੱਚ ਸਰੀਰ ਦੇ ਹੁੰਦੇ ਹੋਏ, ਸਵਾਸਾਂ ਦੇ ਹੁੰਦੇ ਹੋਏ ਆਹ ਚੀਜ਼ ਹਾਸਲ ਕਰ ਸਕਦੇ ਹਾਂ ਆਪਾਂ। ਸਰੀਰ ਚਲਾ ਗਿਆ, ਚਾਂਸ ਗਿਆ, ਫਿਰ ਨਹੀਂ। ਫਿਰ ਜਦ ਵਾਰੀ ਆਊਗੀ, ਜਿੱਥੇ ਆਪਣੇ ਜੋ ਆਪਾਂ ਨੇ ਕੀਤਾ ਹੈ ਉਹਦੀ ਕੈਲਕੂਲੇਸ਼ਨ ਹੋਏਗੀ, ਉਹਦੀ ਇਵੈਲੂਏਸ਼ਨ ਹੋਏਗੀ। ਉਹਦੇ ਹਿਸਾਬ ਦੇ ਨਾਲ ਫਿਰ ਆਪਾਂ ਨੂੰ ਅਗਲਾ ਸਰੀਰ ਕਦੋਂ ਮਿਲਣਾ ਹੈ, ਕਦੋਂ ਉਹ ਕਿਹੋ ਜਿਹਾ ਮਿਲਣਾ ਹੈ, ਕਿਹੋ ਜਿਹਾ ਕਾਰਨ ਸ਼ੀਲ ਹੈ ਆਪਣਾ, ਉਹ ਉਸ 'ਤੇ ਡਿਪੈਂਡ ਕਰਦਾ।
ਕਿਹੋ ਜਿਹੀਆਂ ਖਿੱਚਾਂ ਹੈਗੀਆਂ ਆਪਣੀਆਂ, ਕਿਹੋ ਜਿਹੇ ਆਪਣੀ ਇੱਛਾਵਾਂ ਹੈਗੀਆਂ, ਉਸ 'ਤੇ ਡਿਪੈਂਡ ਕਰਦਾ। ਜੋ ਆਪਾਂ ਨੇ ਕੀਤਾ ਹੈਗਾ, ਜੋ ਆਪਾਂ ਕਰਦੇ ਹਾਂ, ਉਹੋ ਜਿਹੇ ਆਪਾਂ ਬਣਦੇ ਹਾਂ, ਉਹੋ ਜਿਹਾ ਕਾਰਨਸ਼ੀਲ ਬਿਲਟ ਹੋ ਜਾਂਦਾ ਹੈ। ਜੋ ਵੀ ਐਕਸ਼ਨ, ਜੋ ਵੀ ਆਪਾਂ ਜਿੱਥੇ ਵੀ ਆਪਾਂ ਸਵਾਸ ਲਗਾਉਂਦੇ। ਮਿਲ ਹਰ ਜਸ ਗਾਈਏ ਹਾਂ, ਪਰਮ ਪਦ ਪਾਈਏ ਹਾਂ। ਕਹਿੰਦੇ ਬਾਈ ਇਹਦੇ ਵਾਸਤੇ ਜਨਮ ਮਿਲਿਆ ਹੋਇਆ ਹੈ ਤੈਨੂੰ, ਭਗਤੀ ਕਰਨ ਦੇ ਵਾਸਤੇ ਜਨਮ ਮਿਲਿਆ ਹੋਇਆ ਹੈ। ਅਸੀਂ 410 ਅੰਗ ਦੇ ਉੱਤੇ ਹੈਗੇ ਹਾਂ ਜੀ, ਨਵੇਂ ਆਏ, ਔਰ 161 ਸ਼ਬਦ ਲੈ ਰਹੇ ਹਾਂ ਆਪਾਂ। ਆਸਾ ਵਰੀ ਮਹੱਲਾ ਪੰਜਵਾਂ। ਮਿਲ ਹਰ ਜਸ ਗਾਈਏ ਹਾਂ, ਪਰਮ ਪਦ ਪਾਈਏ ਹਾਂ। ਪਰਮ ਪਦ ਮਤਲਬ ਸਭ ਤੋਂ ਉੱਪਰਲੀ ਅਵਸਥਾ, ਮਾਲਕ ਪਰਮਾਤਮਾ ਦਾ ਸਾਥ। ਉਹ ਰਸ ਜੋ ਵਿਦੇ ਹਾਂ, ਤਾਕੋ ਸਗਲ ਸਿਧੇ ਹਾਂ। ਕਹਿੰਦੇ ਬਸ ਆ ਅਸਲੀ ਮਹਾਰਸ, ਜਿਹੜਾ ਵੀ ਇਸ ਰਸ ਦੇ ਵਿੱਚ ਵਿਧ ਗਿਆ, ਔਰ ਉਹ ਵਿਧੂਗਾ ਇਸ ਰਸ ਦੇ ਵਿੱਚ। ਕੌਣ ਵਿਧੂਗਾ? ਇਹ ਨਾਮ ਰਸ, ਅੰਮ੍ਰਿਤ ਰਸ ਦੇ ਵਿੱਚ। ਉਹ ਇਸ ਰਸ ਦੇ ਵਿੱਚ ਵਿੰਨਿਆ ਜਾਊਗਾ ਜਿਹੜਾ ਦੂਸਰੇ ਰਸ ਜਿਹੜੇ ਪਏ ਹੋਏ ਆ, ਜਿਹੜਾ ਟਰੈਪ ਪਈ ਹੈ, ਸਵਾਦ ਪਏ ਹੋਏ ਆ, ਉਹਨਾਂ ਤੋਂ ਉੱਪਰ ਉੱਠ ਜਾਏਗਾ। ਵਾਰਸ ਜੋ ਵਿਦੇ ਹਾਂ, ਤਾਕੋ ਸਗਲ ਸਿੱਧੇ ਹਾਂ। ਉਹਦੀ ਸਾਰੀ ਸਿੱਧੀ ਹੋ ਗਈ, ਉਹਨੂੰ 9 ਨਿਧੀਆਂ 18 ਸਿੱਧੀਆਂ ਆ ਗਈਆਂ ਉਹਦੇ ਕਾਬੂ ਦੇ ਵਿੱਚ। ਅਨਦਿਨ ਜਾਗਿਆ ਹਾਂ, ਅਨਦਿਨ ਅਵੇਸਲਾ ਨਹੀਂ ਹੋਣਾ। ਜਿੱਥੇ ਅਵੇਸਲੇ ਹੋ ਗਏ ਉੱਥੇ ਮਾਇਆ ਨੇ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਖਾਲੀ ਜਗ੍ਹਾ ਤਾਂ ਰਹਿਣ ਹੀ ਨਹੀਂ ਦਿੰਦੇ। ਜਿੱਥੇ ਖਾਲੀ ਹੋ ਗਿਆ ਆਪਣਾ ਮਨ, ਉਹਨਾਂ ਨੇ ਜਾ ਕਾਬੂ ਪਾ ਲੈਣਾ। ਬਸ ਜਦੇ ਹੀ ਚੋਗਾ ਸੁੱਟ ਦੇਣਾ, ਜਦੇ ਹੀ ਦਿਖਾ ਦੇਣੇ ਹੈ। ਅੱਖਾਂ ਨੇ ਰੂਪ, ਦੁਨੀਆ ਦੇ ਪਦਾਰਥ, ਸਾਰੇ ਸਵਾਦ ਉਸੇ ਵੇਲੇ ਆ ਜਾਣੇ। ਅਨਦਿਨ ਜਾਗਿਆ ਹਾਂ, ਅਨਦਿਨ ਜਾਗਣਾ ਪਊਗਾ ਭਾਈ, ਸਚੇਤ ਰਹਿਣਾ ਪਊਗਾ। ਨਾਨਕ ਵਡ ਭਾਗਿਆ ਮੇਰੇ ਮਨ, ਉਹ ਵੱਡੇ ਭਾਗਾਂ ਵਾਲਾ ਹੈ ਭਾਈ, ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਗੁਰੂ ਦੀ ਜਿਹੜੀ ਹੈਗੀ, ਗੁਰੂ ਦਾ ਜੋ ਗਿਆਨ ਹੈਗਾ ਉਹਨੂੰ ਜਿਹੜਾ ਅਪਣਾਉਂਦਾ ਹੈਗਾ। ਰਹਾਓ ਸੰਤ ਪੱਗ ਧੋਈਏ ਹਾਂ, ਸੰਤਾਂ ਦੇ ਪੈਰ ਧੋਣੇ। ਹੁਣ ਪੱਗ, ਸੰਤਾਂ ਦੇ ਪੈਰ ਕਿਵੇਂ ਧੋਣੇ ਆ ਭਾਈ? ਆ ਸੰਤ ਹੈ, 36 ਸੰਤ, 36 ਬ੍ਰਹਮ ਗਿਆਨੀ ਹੈਗੇ ਇਹਦੇ ਵਿੱਚ। ਇਹਨਾਂ ਦੇ ਅਨੁਸਾਰ ਇਹਨਾਂ ਦੀ ਗੱਲ ਮੰਨ ਲਵਾਂਗੇ ਤੇ ਆਪ ਸੰਤਾਂ ਦੇ ਪੈਰ ਧੋਣੇ ਹੋ ਗਏ। ਬਈ ਫਲਾਨਾ ਤਾਂ ਜੀ ਉਹਦੇ ਪੈਰ ਧੋ ਕੇ ਪੀਂਦਾ। ਪੈਰ ਧੋ ਕੇ ਪੀਣਾ ਕੀ ਹੈ? ਬਈ ਅਗਲੇ ਦੇ ਅਨੁਸਾਰ ਜਿਹੜਾ ਹੈਗਾ, ਅਗਲੇ ਨੂੰ ਮੰਨਦਾ ਹੈ, ਉਹਦੇ ਅਨੁਸਾਰ ਜੀਵਨ ਯਾਪਨ ਕਰਦਾ ਹੈ। ਸੰਤ ਪੱਗ ਧੋਈਏ ਹਾਂ, ਦੁਰਮਤ ਖੋਈਏ ਹਾਂ। ਭੈੜੀ ਮਤ, ਦੁਰਮਤ, ਜਿਹੜਾ ਮਨ ਜਿਹੜਾ ਹੈਗਾ ਇਹਨੇ ਬੱਚੇ ਵਾਂਗੂ ਜਿਹੜਾ ਹੈਗਾ ਜਿੱਦਾਂ ਕਰਨੀਆਂ, ਉਹ ਮਤ ਜਿਹੜੀ ਹੈਗੀ ਖੋ ਸਕਦੇ ਹਾਂ ਆਪਾਂ। ਦਾਸੈ ਰੇਨ ਹੋਏ ਹਾਂ। ਦੇਖ ਲਓ, ਫਿਰ ਕਹਿ ਰਹੇ ਸੰਤ ਪੱਗ ਧੋਈ ਹਾਂ, ਫਿਰ ਕਹਿੰਦੇ ਦਾਸਾਂ ਦੀ ਰੇਣ ਹੋ ਜਾ। ਜਿਹੜੇ ਮਾਲਕ ਦੇ ਦਾਸ ਹੈ, ਜਿਹੜੇ ਭਗਤੀ ਕਰ ਰਹੇ ਹਾਲੇ, ਉਹਨਾਂ ਦਾ ਵੀ ਦਾਸ ਹੋ ਜਾ। ਉਹਨਾਂ ਦੇ ਕੋਲ ਵੀ ਬਥੇਰਾ ਕੁਛ ਹੈਗਾ, ਉਹਨਾਂ ਤੋਂ ਵੀ ਨੁਕਤੇ ਲੈ ਲਾ। ਵਿਆਪੈ ਦੁੱਖ ਨਾ ਕੋਏ ਹਾਂ, ਤਾਂ ਤੈਨੂੰ ਕੋਈ ਦੁੱਖ ਨਹੀਂ ਵਿਆਪੇਗਾ, ਬਚ ਜਾਏਗਾ ਜੇ ਤੂੰ ਸੰਤਾਂ ਦੀ ਬ੍ਰਹਮ ਗਿਆਨ ਲੈਂਦਾ ਰਹੇਗਾ। ਉਹਦੇ ਹਿਸਾਬ ਨਾਲ ਆਪਣਾ ਭੈੜੀ ਮਤ, ਆਪਣੇ ਅਵਗੁਣ ਜਿਹੜੇ ਹੈਗੇ ਦੂਰ ਕਰਦਾ ਰਹੇਗਾ, ਤੇ ਆਟੋਮੈਟਿਕਲੀ ਅੰਦਰ ਜਿਹੜੇ ਹੈਗੇ ਗੁਣ ਆ ਜਾਣੇ ਆ। ਗੁਣ ਔਰ ਅਵਗੁਣ ਦੋਨੋਂ ਹੀ ਇਨਸਾਨ ਦੇ ਵਿੱਚ ਹੁੰਦੇ ਆ। ਮਾਲਕ ਨੇ ਐਸਾ ਬਣਾ ਕੇ ਭੇਜਿਆ ਇਨਸਾਨ, ਜਿਹੜੀ ਚੀਜ਼ ਨੂੰ ਆਪਾਂ, ਜਿਹੜੀ ਚੀਜ਼ ਦੇ ਨਾਲ ਆਪਾਂ ਜਿਸ ਚੀਜ਼ ਨੂੰ ਜਿਹੜੇ ਜਿੱਥੇ ਗਤੀ ਕਰਦੇ ਹਾਂ, ਜੋ ਆਪਾਂ ਕੰਮ ਕਰਦੇ ਹਾਂ, ਉਹ ਕੰਮ ਉਹੀ ਪ੍ਰਗਟ ਹੋ ਜਾਂਦਾ ਹੈ। ਜੇ ਕਾਮ ਦੇ ਵਿੱਚ ਗਤੀ ਕਰਾਂਗੇ ਤੇ ਆਪਣੇ ਕਾਮੀ ਗੁਣ ਜਿਹੜਾ ਹੈਗਾ ਉਹ ਜਿਹਾ ਆਪਣਾ ਅਵਗੁਣ ਪ੍ਰਗਟ ਹੋ ਜਾਣਗੇ। ਜਿੱਥੇ ਜੋ ਵੀ, ਜੇ ਭਗਤੀ ਕਰਾਂਗੇ, ਜੇ ਸਤ ਸੰਤੋਖ ਦਇਆ ਧਰਮ ਧੀਰਜ, ਦਇਆ ਵਾਲਾ ਗੁਣ ਅਪਣਾਵਾਂਗੇ, ਦਿਆਲੂ ਬਣ ਜਾਵਾਂਗੇ ਆਪਾਂ। ਜੋ ਵੀ ਆਪਾਂ ਕਾਰਵਾਈ ਕਰਦੇ ਹਾਂ ਉਹ ਜਿਹੇ ਆਪਾਂ ਬਣ ਜਾਂਦੇ ਹਾਂ। ਜੋ ਵੀ ਕਰਮ, ਜੈਸਾ ਕਰਮ ਕਰੇ ਇਨਸਾਨ ਤੈਸਾ ਫਲ ਦੇਵੇ ਭਗਵਾਨ। ਇਹ ਗੁਰਬਾਣੀ ਤਾਂ ਨਹੀਂ ਹੈ ਪਰ ਹੈ ਸਹੀ। ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ, ਆਹ ਗੁਰਬਾਣੀ ਹੈਗੀ ਭਾਈ। ਕਹਿੰਦੇ ਜੋ ਕੁਛ ਵੀ ਬਿਜਾਈ ਕਰੇਗਾ, ਆ ਬਿਜਾਈ ਕੀ ਕਰਨੀ ਹੈ? ਆਹੀ ਬਿਜਾਈ ਹੈਗੀ ਆਪਣੀ। ਜਿੱਥੇ ਗਤੀ ਕਰ ਰਹੇ ਹਾਂ ਉਹੀ ਬੀਜ ਰਹੇ ਹਾਂ ਆਪਾਂ। ਸੰਤ ਪੱਗ ਧੋਈਏ ਹਾਂ, ਦੁਰਮਤ ਖੋਈਏ ਹਾਂ, ਦਾਸੈ ਰੇਨ ਹੋਏ ਹਾਂ, ਵਿਆਪੈ ਦੁੱਖ ਨਾ ਕੋਏ ਹਾਂ। ਭਗਤਾਂ ਸ਼ਰਨ ਪਰ ਹਾਂ। ਦੇਖ ਲਓ, ਹੁਣ ਕਹਿੰਦੇ ਭਗਤਾਂ ਦੀ ਸ਼ਰਨ। ਦੇਖੋ ਇੱਕੋ ਹੀ ਗੱਲ ਕਹਿ ਰਹੇ ਵਾਰ-ਵਾਰ ਲਾਈਨ 'ਚ। ਸੰਤ ਭਗਤ ਹੋਈਏ, ਦਾਸੈ ਰੇਨ ਹੋਈਏ, ਭਗਤਾਂ ਸ਼ਰਨ ਪਰ ਹਾਂ। ਦੇਖ ਲਓ, ਬਿਲਕੁਲ ਸੇਮ ਦੀ ਸੇਮ ਗੱਲ ਘੁਮਾ ਫਿਰਾ ਕੇ ਉੱਪਰ ਸੰਤ ਕਹਿਤਾ, ਫਿਰ ਦਾਸ ਕਹਿਤੇ, ਜਿਹੜੇ ਦਾਸ ਹੈਗੇ ਮਾਲਕ ਪਰਮਾਤਮਾ ਦੇ ਜਾਂ ਗੁਰੂ ਦੇ। ਤੇ ਹੁਣ ਭਗਤ ਕਹਿ ਰਹੇ,
ਜਿਹੜੇ ਭਗਤ ਹੈਗੇ ਉਹਨਾਂ ਦੀ ਸ਼ਰਨ ਪਾਓ। ਹੁਣ ਦੇਖ ਲਓ, ਭਗਤ ਕਬੀਰ ਜੀ, ਭਗਤ ਧੰਨਾ ਜੀ, ਬਾਣੀ ਦੇ ਵਿੱਚ ਆਲਰੇਡੀ ਭਗਤ ਦਾ ਟਾਈਟਲ ਦਿੱਤਾ ਹੋਇਆ। ਸਾਰੇ ਜਿਹੜਾ ਭਗਤੀ ਕਰਦਾ ਹੈ ਉਹ ਭਗਤ ਹੈ ਭਾਈ, ਜਿਹਨੇ ਭਗਤੀ ਕੀਤੀ ਉਹ ਭਗਤ ਹੈਗਾ। ਸੰਤ ਭਗਤ ਹੋਈਏ ਹਾਂ, ਦੁਰਮਤ ਕੋਈਏ ਹਾਂ, ਦਾਸੈ ਰੇਣ ਹੋਏ ਹਾਂ, ਵਿਆਪੇ ਦੁੱਖ ਨਾ ਕੋਏ ਹਾਂ, ਭਗਤਾਂ ਸ਼ਰਨ ਪਰ ਹਾਂ, ਜਨਮ ਨਾ ਕਦੇ ਮਰ ਹਾਂ। ਲਓ, ਕਹਿੰਦੇ ਜਨਮ ਮਰਨ ਤੋਂ ਉੱਪਰ ਹੋ ਗਏ, ਫਿਰ ਨਹੀਂ, ਹੁਣ ਨਹੀਂ ਮੈਂ ਮਰਦਾ, ਜਨਮ ਮਰਨ ਦੇ ਗੇੜ 'ਚ ਨਹੀਂ ਪੈਂਦਾ ਮੈਂ ਹੁਣ, ਅਸਥਿਰ ਸੇ ਪਏ ਹਾਂ। ਤੇ ਜਨਮ ਮਰਨ ਦੇ ਗੇੜ 'ਚ ਨਹੀਂ ਪੈਣਾ ਤੇ ਫਿਰ ਕੀ ਹੋਊਗਾ ਆਪਣਾ? ਦੇਖ ਲਓ ਭਾਈ, ਜੋ ਪਰਮਾਤਮਾ ਜਿਹੇ ਜਿਹਾ ਹੈਗਾ ਉਹੇ ਜਿਹਾ ਆਪਾਂ ਰਵਾਂਗੇ, ਜਿਹੇ ਜਿਹਾ ਮਾਲਕ ਹੈਗਾ। ਇਹ ਦੁੱਖ ਸੁੱਖ ਤੋਂ ਉੱਪਰ, ਖੁਸ਼ੀ ਖੇੜੇ ਦੇ ਅੰਦਰ, ਕੋਈ ਇੱਛਾ ਨਹੀਂ, ਕੋਈ ਚਿੰਤਾ ਨਹੀਂ, ਮਸਤ ਹੈਗਾ। ਸਾਰੀ ਹਰ ਚੀਜ਼ ਅਵੇਲੇਬਲ ਹੈ। ਉਸ ਮਾਲਕ ਨੇ ਤਾਂ ਜਿਹੜੀਆਂ ਚਿੰਤਾਵਾਂ, ਜਿਹੜੇ ਪਦਾਰਥ ਦੁਨੀਆ ਦੇ ਰਸ ਕਸ ਆਪਾਂ ਨੂੰ ਲੁਭਾ ਰਿਹਾ, ਉਹ ਬਣਾਉਣ ਵਾਲਾ ਤਾਂ ਮਾਲਕ ਪਰਮਾਤਮਾ ਹੈ। ਆਪਣੇ ਸਰੀਰ ਨੂੰ ਡਿਜ਼ਾਈਨ ਕਰਨ ਵਾਲਾ ਮਾਲਕ ਹੈ, ਜਿਸ ਸਰੀਰ ਦੇ ਦੁਆਰਾ ਆਪਾਂ ਇਹ ਦੁਨੀਆ ਦੇ ਪਦਾਰਥ ਲੈ ਸਕਦੇ ਹਾਂ। ਹੁਣ ਜੇ ਆਪਣੀ ਜੀਭ ਹੈਗੀ, ਜੀਭ ਦੇ ਜਿਹੜਾ ਸਵਾਦ ਲੈਣ ਵਾਲੀ ਜਿਹੜੀ ਹੈਗੀ ਉਹ ਗਲੈਂਡ ਹੀ ਆਪਾਂ ਜੇ ਕਿਸੇ ਦੀ ਕੱਟ ਜਾਂਦੀ ਹੈ ਤੇ ਉਹਨੂੰ ਜੋ ਮਰਜ਼ੀ ਦੇ ਦਿਓ, ਉਹਨੂੰ ਸਵਾਦ ਹੀ ਨਹੀਂ ਪਤਾ ਲੱਗਦਾ। ਤੇ ਡਿਜ਼ਾਈਨਰ ਤਾਂ ਮਾਲਕ ਹੈਗਾ ਨਾ। ਜਦ ਮਾਲਕ ਹੀ ਆ ਗਿਆ ਆਪਣੇ ਕੋਲ ਤੇ ਫਿਰ ਬਾਕੀ ਕੀ ਰਹਿ ਗਿਆ ਭਾਈ? ਆਪਾਂ ਸੀਗੇ ਸੰਤ ਭਗਤ ਹੋਈਏ ਹਾਂ, ਦੁਰਮਤ ਖੋਈਏ ਹਾਂ, ਦਾਸੈ ਰੇਨ ਹੋਏ ਹਾਂ, ਵਿਆਪੈ ਦੁੱਖ ਨਾ ਕੋਏ ਹਾਂ, ਭਗਤਾਂ ਸ਼ਰਨ ਪਰ ਹਾਂ, ਜਨਮ ਨਾ ਕਦੇ ਮਰ ਹਾਂ। ਅਸਥਿਰ ਸੇ ਪਏ, ਅਸਥਿਰ ਹੋ ਗਏ। ਅਸਥਿਰ ਕਿਸ ਤਰ੍ਹਾਂ? ਅਸਥਿਰ ਦਾ ਕੀ ਮਤਲਬ? ਵਿਚਾਰ ਹੀ ਨਹੀਂ ਜਾ ਰਹੇ। ਵਿਚਾਰ ਕਿੱਥੇ ਜਾਣਗੇ? ਵਿਚਾਰ ਦੁਨੀਆ ਦੇ ਵਿੱਚ, ਆਕਾਰ ਦੇ ਵਿੱਚ, ਸਵਾਦ ਦੇ ਵਿੱਚ, ਚੋਗੇ ਦੇ ਵਿੱਚ ਜਾਣਗੇ। ਅਸਥਿਰ ਸੇ ਪਏ ਹੈ, ਹਰ ਹਰ ਜਿਨ ਜਪ ਲਹੇ ਮੇਰੇ ਮਨਾ। ਨੁਕਤਾ ਕੀ ਹੈਗਾ? ਹਰ ਹਰ ਜਿਨੇ, ਜਿਨ ਮਤਲਬ, ਜਿਨ ਦਾ ਮਤਲਬ ਹੈ ਜਿਨ੍ਹਾਂ ਨੇ ਨਹੀਂ, ਜਿਨ ਮਤਲਬ ਤੂੰ ਕਿਉਂ ਨਹੀਂ ਜਪਦਾ ਮੇਰੇ ਮਨਾ? ਤੂੰ ਕਿਉਂ ਨਹੀਂ ਇਸ ਸਟੇਜ 'ਤੇ ਜਾਂਦਾ? ਇੰਨਾ ਤੈਨੂੰ ਜਿਹੜੇ ਹੈਗੇ, ਇੰਨਾ ਤੈਨੂੰ ਗੁਣ ਦੱਸੀ ਜਾ ਰਹੇ, ਇੰਨਾ ਤੈਨੂੰ ਜਿਹੜਾ ਹੈਗਾ ਗਿਆਨ ਦੇ ਰਿਹਾ ਮੈਂ। ਹਰ ਹਰ ਜਿਨ ਜਪ ਲਏ ਮੇਰੇ ਮਨਾ, ਕਿਉਂ ਨਹੀਂ ਜਪ ਲੈਂਦਾ ਮੇਰੇ ਮਨਾ? ਕੀ ਵੇਟ ਕਰ ਰਿਹਾ ਤੂੰ? ਸਾਜਨ ਮੀਤ ਤੂੰ ਹਾਂ, ਨਾਮ ਦਿੜਾਏ ਮੂੰਹ ਹਾਂ। ਹੇ ਮੇਰੇ ਮਾਲਕਾ, ਤੂੰ ਮੇਰਾ ਸੱਜਣ ਆ, ਮੇਰਾ ਮਿੱਤਰ ਹੈਗਾ ਆ, ਮੈਨੂੰ ਆਪਣਾ ਨਾਮ ਦਿੜਾ। ਮੂੰਹ, ਮੂੰਹ ਮਤਲਬ ਮੈਨੂੰ, ਮੂੰਹ ਦਾ ਮਤਲਬ ਮੇਰੇ ਮੂੰਹ ਨੂੰ ਨਹੀਂ, ਮੈਨੂੰ। ਸਾਜਨ ਮੀਤ ਤੂੰ ਹਾਂ, ਨਾਮ ਦਿੜਾਏ ਮੂੰਹ ਹਾਂ, ਤਿਸ ਬਿਨ ਨਾਹੇ ਕੋਏ ਹਾਂ। ਇਸ ਤੋਂ ਬਗੈਰ, ਨਾਮ ਤੋਂ ਬਗੈਰ ਮੇਰਾ ਕੀ ਹੈਗਾ ਮਾਲਕਾ? ਮਨੇ ਆਰਾਧ ਸੋਇਆ, ਮਨ ਦੇ ਵਿੱਚ ਉਸੇ ਮਾਲਕ ਨੂੰ, ਉਸੇ ਪਰਮੇਸ਼ਰ ਨੂੰ ਆਰਾਧਨਾ ਹੈ। ਆਰਾਧਨਾ ਕੀ ਹੈ? ਸਮਰਨ ਕਰਨਾ। 3 ਸਟੇਜਾਂ ਹੈਗੀਆਂ। ਇੱਕ ਜਪਣਾ, ਸਟਾਰਟਿੰਗ ਜਪ ਤੋਂ ਸ਼ੁਰੂ ਹੁੰਦੀ ਹੈ, ਪਰਮਾਤਮਾ ਦਾ ਨਾਮ ਜਪਣਾ, ਕਿਉਂਕਿ ਹਾਲੇ ਆਪਾਂ ਨੂੰ ਸਮਰਨ ਨਹੀਂ ਹੋਇਆ, ਸਿਮਰਨ ਨਹੀਂ ਹੋਇਆ, ਹਾਲੇ ਆਪਣਾ ਆਰਾਧਨਾ ਨਹੀਂ ਬਣਿਆ। ਇਸ ਤੋਂ ਬਾਅਦ ਜਿਹੜਾ ਹੈਗਾ ਫਿਰ ਜਿਹੜਾ ਧਿਆਨ ਹੈਗਾ, ਧਿਆਨ ਲੱਗ ਜਾਂਦਾ ਹੈ, ਲਿਵ ਲੱਗ ਜਾਂਦੀ ਹੈ, ਤਾੜੀ ਲੱਗ ਜਾਂਦੀ ਹੈ। ਤਿਸ ਬਿਨ ਨਾਹੇ ਕੋਏ ਹਾਂ, ਮਨੇ ਆਰਾਧ ਸੋਏ ਹਾਂ। ਕਹਿੰਦੇ ਆਪਣੇ ਮਨ ਦੇ ਵਿੱਚ ਉਸੇ ਮਾਲਕ ਨੂੰ ਯਾਦ ਕਰ। ਨਿਮਕ ਨਾ ਵਿਸਰਿਆ ਹਾਂ, ਉਹ ਨਿਮਕ ਵਾਸਤੇ ਵੀ ਨਹੀਂ ਵਿਸਰਨਾ ਚਾਹੀਦਾ ਭਾਈ। ਤਿਸ ਬਿਨ ਕਿਉਂ ਸਰੇ ਹਾਂ, ਉਸ ਤੋਂ ਬਗੈਰ ਕਹਿੰਦੇ ਕਿਸ ਤਰ੍ਹਾਂ ਸਰ ਸਕਦਾ ਹੈ ਭਾਈ? ਉਸ ਮਾਲਕ ਤੋਂ ਬਗੈਰ ਜਿਹਨੇ ਤੈਨੂੰ ਬਣਾਇਆ ਆ, ਜਿਹਦਾ ਸਾਰਾ ਕੁਛ ਹੈਗਾ, ਸੁਰਤ ਮਤ ਮਨ ਬੁੱਧ ਸਾਰਾ ਤੇਰੇ ਅੰਦਰ ਜਿਹੜੀ ਜੀਓ, ਸਾਰਾ ਮਾਲਕ ਪਰਮਾਤਮਾ ਦਾ ਹੈ। ਤਿਸ ਬਿਨ ਕਿਉਂ ਸਰੇ ਹਾਂ, ਹਾਂ ਗੁਰ ਕੋ ਕੁਰਬਾਨ ਜਾਉ ਹਾਂ, ਨਾਨਕ ਜਪੇ ਨਾਉ ਮੇਰੇ ਮਨ। ਮੈਂ ਤਾਂ ਗੁਰੂ ਤੋਂ ਕੁਰਬਾਨ ਜਾਣਾ ਹੈ ਭਾਈ, ਮੈਂ ਤਾਂ ਗੁਰੂ ਤੋਂ ਕੁਰਬਾਨ ਜਾਣਾ ਹੈ। ਜੇ ਮੈਨੂੰ ਆ ਗਿਆਨ ਹੀ ਨਾ ਹੁੰਦਾ, ਜੇ ਮੇਰਾ ਗੁਰੂ ਹੀ ਨਾ ਹੁੰਦਾ ਤੇ ਭਾਈ ਮੈਂ ਕੀ ਕਰ ਸਕਦਾ ਸੀ? ਮੈਨੂੰ ਕਿਹਨੇ ਦੱਸਣਾ ਸੀਗਾ ਵੀ ਆਹ ਹੈਗਾ ਅਸਲੀ ਚੀਜ਼? ਗੁਰ ਕੋ ਕੁਰਬਾਨ ਜਾਉ ਹਾਂ, ਨਾਨਕ ਜਪੇ ਨਾਉ ਮੇਰੇ ਮਨ। ਬਸ ਕਹਿੰਦੇ ਜਪ ਮੇਰੇ ਮਨ, ਨਾਮ ਜਪ ਪਰਮੇਸ਼ਰ ਦਾ। ਇਹ ਗੁਰੂ ਗ੍ਰੰਥ ਸਾਹਿਬ ਜਿਹੜਾ ਹੈਗਾ, ਇਹਦਾ ਹੈਡਿੰਗ ਜਿਹੜਾ ਹੈਗਾ ਜਪ ਹੈਗਾ। ਇੱਕ ਓਂਕਾਰ ਦੇਖੋ ਸਟਾਰਟ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਫਿਰ ਅੱਗੇ ਜਪ, 2 ਡੰਡੀਆਂ ਇੱਧਰ 2 ਡੰਡੀਆਂ ਇੱਧਰ, ਪੱਪੇ ਨੂੰ ਔਂਕੜ। ਆਹੀ ਹੈਗਾ ਭਾਈ। ਨਾਨਕ ਜਪੇ ਨਾਉ ਮੇਰੇ ਮਨਾ। ਨਾਨਕ ਦੇ ਕੱਕੇ ਨੂੰ ਔਂਕੜ ਲੱਗੀ ਹੈ। ਜਿੱਥੇ ਨਾਨਕ ਨੂੰ ਔਂਕੜ ਲੱਗਦੀ ਆ, ਫਟ ਦੇਖੋ ਬਈ ਕਿਹੜੇ ਪਾਤਸ਼ਾਹੀ ਬੋਲ ਰਹੀ ਹੈ, ਕਿਉਂਕਿ ਸਾਰੀਆਂ ਪਾਤਸ਼ਾਹੀ ਨੇ, ਸਾਰਾ ਗਿਆਨ ਜਿੰਨਾ ਵੀ ਗੁਰੂ ਗ੍ਰੰਥ ਸਾਹਿਬ ਦਾ, ਜਿੰਨੀ ਜਿਹੜੀ ਵੀ ਪਾਤਸ਼ਾਹੀ ਦਾ ਹੈਗਾ, ਸਾਰਿਆਂ ਨੇ
ਜਿਹੜਾ ਹੈਗਾ ਨਾਨਕ ਵਰਡ ਯੂਜ਼ ਕੀਤਾ, ਆਪਣਾ ਨਾਮ ਵੀ ਨਹੀਂ ਦਿੱਤਾ। ਹੁਣ ਫਿਰ ਆਪਣੇ ਵਾਸਤੇ ਕਹਿਣਾ ਹੈ ਵੀ ਬੇਨਤੀ ਕਰਨੀ ਹੈ, ਨਾਨਕ ਨੀਚ ਕਹੇ ਵਿਚਾਰ। ਜਦ ਇਸ ਤਰ੍ਹਾਂ ਜਿਹੜਾ ਹੈਗੇ ਤੇ ਫਿਰ ਜਿਹੜਾ ਕਾਕੇ ਨੂੰ ਔਂਕੜ ਲਗਾ ਦਿੰਦੇ ਆ। ਭਾਈ ਪਹਿਲੀ ਪਾਤਸ਼ਾਹ ਕਹਿੰਦੀ ਮੈਂ ਕਾਲੂ ਦੇ ਘਰ ਜਿਹੜਾ ਪੈਦਾ ਹੋਇਆ, ਉਹ ਮੈਂ ਨੀਚ ਜਿਹੜਾ ਹੈਗਾ ਇਹ ਵਿਚਾਰ ਦੇ ਰਿਹਾ। ਇੱਥੇ ਪੰਜਵੀਂ ਪਾਤਸ਼ਾਹ ਆਪਣੇ ਆਪ ਗੁਰੂ ਅਰਜਨ ਦੇਵ ਜੀ ਕਹਿ ਰਹੇ ਆ ਬਈ ਨਾਨਕ ਜਪੈ ਨਾਉ ਮੇਰੇ ਮਨਾ। ਮਹਾਰਾਜ ਕਹਿ ਰਹੇ ਆ ਵੀ ਭੇ ਮੇਰੇ ਮਨਾ ਤੂੰ ਨਾਮ ਜਪ। ਆਸਾ ਵਰੀ ਮਹੱਲਾ ਪੰਜਵਾਂ। ਕਾਰਨ ਕਰਨ ਤੂੰ ਹਾਂ, ਅਵਰ ਨਾ ਸੁਝੈ ਮੂੰਹਾਂ। ਕਹਿੰਦੇ ਮਾਲਕਾ ਇਹ ਦੁਨੀਆ ਬਣਾਉਣ ਵਾਲਾ, ਇਹਦਾ ਪਰਪਸ ਔਰ ਇਹ ਬਣਾਉਣ ਵਾਲਾ ਤੂੰ ਹੈਗਾ ਆ। ਕਿਉਂ ਬਣਾਈ ਆ ਔਰ ਬਣਾਉਣ ਵਾਲਾ ਔਰ ਇਹਨੂੰ ਮੇਨਟੇਨ ਕਰਨ ਵਾਲਾ ਤੂੰ ਹੀ ਹੈਗਾ ਆ। ਕਾਰਨ ਕਰਨ ਤੂੰ ਹਾਂ, ਅਵਰ ਨਾ ਸੁਝੈ ਮੂੰਹਾਂ। ਮੈਨੂੰ ਹੋਰ ਕੋਈ ਨਹੀਂ ਸੁਝਦਾ ਤੇਰੇ ਵਰਗਾ, ਤੇਰੇ ਤੋਂ ਇਲਾਵਾ। ਕਰੇ ਸੋ ਹੋਈਏ ਹਾਂ, ਜੋ ਤੂੰ ਕਰਨਾ ਚਾਹੁੰਦਾ ਹੈ ਉਹੀ ਹੁੰਦਾ, ਜੋ ਤੂੰ ਕਰਦਾ ਹੈ ਉਹੀ ਹੁੰਦਾ। ਇਹ ਪ੍ਰਕਿਰਤੀ ਸ੍ਰਿਸ਼ਟੀ ਜਿਹੜੀ ਹੈਗੀ ਮਾਲਕ ਦੀ ਹੁਕਮ ਦੇ ਵਿੱਚ ਚੱਲ ਰਹੀ ਹੈ। ਜਿਸ ਤਰ੍ਹਾਂ ਉਹਨੇ ਮਾਲਕ ਨੇ ਹੁਕਮ ਦਿੱਤਾ ਉਹਦਾ ਹੀ ਕੰਟਰੋਲ ਆ, ਪਿੱਛੇ ਉਹਦਾ ਹੀ ਕੰਟਰੋਲ ਆ। ਇਹ ਸੂਰਜ ਚੰਦ ਤਾਰੇ ਪਤਾ ਨਹੀਂ ਅਰਬਾਂ ਖਰਬਾਂ ਸਾਲਾਂ ਤੋਂ ਦੇਖ ਲਓ ਉਸੇ ਤਰੀਕੇ ਦੇ ਨਾਲ ਉਸੇ ਐਂਗਲ 'ਤੇ ਮੂਵਮੈਂਟ ਕਰੀ ਜਾ ਰਹੇ, ਜਿਸ ਤਰ੍ਹਾਂ ਮਾਲਕ ਨੇ ਕਿਹਾ ਹੈ, ਜਿਸ ਸਪੀਡ ਦੇ ਨਾਲ ਕਿਹਾ ਹੈ। ਕਾਰਨ ਕਰਨ ਤੂੰ ਹਾਂ, ਅਵਰ ਨਾ ਸੁਝੈ ਮੂੰਹਾਂ। ਕਰੇ ਸੋ ਹੋਈਏ ਹਾਂ, ਸਹਿਜੇ ਸੁਖ ਸੋਈਏ ਹਾਂ। ਸਹਿਜ ਦੇ ਵਿੱਚ ਸੁਖੀ ਹੋ ਸਕਦੇ ਹਾਂ ਆਪਾਂ। ਕਿਸ ਤਰ੍ਹਾਂ? ਧੀਰਜ ਮਨੇ ਪਏ ਹਾਂ, ਮਨ ਦੇ ਵਿੱਚ ਧੀਰਜ ਆ ਜਾਏਗਾ ਭਾਈ। ਪ੍ਰਭ ਕੈ ਦਰ ਪਏ ਹਾਂ, ਪਰਮਾਤਮਾ ਦੇ ਦਰ ਤੇ ਕਹਿੰਦੇ ਪਹੁੰਚ ਜਾਂਦਾ ਇਨਸਾਨ। ਕਿਸ ਤਰੀਕੇ ਦੇ ਨਾਲ? ਹਾਲੇ ਉੱਪਰ ਮਹਾਰਾਜ ਦੱਸ ਰਹੇ ਕਾਰਨ ਕਰਨ ਤੂੰ ਹਾਂ, ਅਵਰ ਨਾ ਸੁਝੇ ਮੂੰਹ ਹਾਂ। ਕਹਿੰਦੇ ਤੇਰੇ ਤੋਂ ਇਲਾਵਾ ਮੈਨੂੰ ਕੋਈ ਸੁਝਦਾ ਨਹੀਂ, ਤੇਰੇ ਨਾਲ ਹੀ ਜੁੜਨਾ ਪਊਗਾ, ਹੋਰ ਕੋਈ ਤਾਂ ਆਪਸ਼ਨ ਨਹੀਂ ਹੈਗਾ। ਕਾਰਨ ਕਰਨ ਤੂੰ ਹਾਂ, ਅਵਰ ਨਾ ਸੁਝੇ ਮੂੰਹ ਹਾਂ। ਕਰੇ ਸੋ ਹੋਈਏ ਹਾਂ, ਸਹਿਜ ਸੁਖ ਸੋਈਏ ਹਾਂ। ਧੀਰਜ ਮਨੇ ਪਏ ਹਾਂ, ਪ੍ਰਭ ਕੇ ਦਰ ਪਏ ਹਾਂ। ਪਏ ਮੇਰੇ ਮਨਾ, ਪਰਮਾਤਮਾ ਦੇ ਦਰ ਤੇ ਪਏ ਹਾਂ। ਧੀਰਜ ਹੋ ਗਿਆ, ਮਨ ਦੇ ਵਿੱਚ ਧੀਰਜ ਆ ਗਿਆ। ਕਿਵੇਂ ਆ ਗਿਆ? ਰਹਾਓ ਸਾਧੂ ਸੰਗ ਮੇ ਹਾਂ, ਪੂਰਨ ਸੰਜਮੇ ਹਾਂ। ਬਸ ਆਹ ਦੇਖੋ ਇੱਥੇ ਆ ਗਿਆ। ਕਹਿੰਦੇ ਸਾਧੂ ਦਾ ਸੰਗਮ ਹੋ ਗਿਆ ਭਾਈ, ਬ੍ਰਹਮ ਗਿਆਨ ਮਿਲ ਗਿਆ, ਬ੍ਰਹਮ ਗਿਆਨੀਆਂ ਦੀ ਮੱਤ ਆ ਗਈ, ਗੁਰਮਤ ਆ ਗਈ। ਤਾਂ ਜਿਹੜਾ ਹੈਗਾ ਪਰਮੇਸ਼ਰ ਦੇ ਦਰ ਤੇ ਪਏ ਮੇਰੇ ਮਨਾ। ਤਾਂ ਅੰਦਰ ਜਿਹੜਾ ਹੈਗਾ ਮਾਲਕ ਦੇ ਦਰ ਤੇ। ਮਾਲਕ ਦਾ ਦਰ ਕਿਹੜਾ ਹੈ? ਮਾਲਕ ਦਾ ਦਰ ਹੈਗਾ ਭਾਈ ਇਹ 9 ਦਰਵਾਜ਼ੇ ਜਿਹੜੇ ਹੈਗੇ, ਇਹਨਾਂ ਤੋਂ ਉੱਪਰ ਉੱਠ ਜਾਓ ਤੇ ਆਟੋਮੈਟਿਕਲੀ ਮਾਲਕ ਦਾ ਦਰ ਆ ਜਾਏਗਾ। 9 ਦਰ ਖੁੱਲ੍ਹੇ ਆ ਦੇਹੀ ਦੇ ਅੰਦਰ, 9 ਦਰਵਾਜ਼ੇ ਹੈਗੇ ਆ। ਇਹਨਾਂ ਤੋਂ ਆਪਣੀ ਪ੍ਰਾਣ ਸ਼ਕਤੀ ਜਾਇਆ ਹੁੰਦੀ ਹੈ, ਵੇਸਟ ਕਰਦੇ ਹਾਂ ਆਪਾਂ। ਜਿੰਨੀ ਕੁ ਰਿਕੁਆਇਰਮੈਂਟ ਹੈ ਉਨੀ ਕੁ ਯੂਜ਼ ਕਰੋ, ਬਾਕੀ ਜਿਹੜੀ ਹੈਗੀ ਉਹਨੂੰ ਜਿਹੜਾ ਹੈਗਾ ਆਪਣੇ ਆਟੋਮੈਟਿਕਲੀ ਜਿਹੜਾ ਹੈਗਾ ਸੁਰਤ ਉੱਪਰ ਚਲੇ ਜਾਏਗੀ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਪਰ ਉੱਠ ਜਾਵਾਂਗੇ, ਇਹ 9 ਦਰਵਾਜ਼ਿਆਂ ਤੋਂ ਉੱਪਰ 10ਵੇਂ ਤੇ ਪਹੁੰਚ ਜਾਵਾਂਗੇ। ਸਾਧੂ ਸੰਗ ਮੇ ਹਾਂ, ਪੂਰਨ ਸੰਜਮੇ ਹਾਂ। ਆਹੀ ਪੂਰਨ ਸੰਜਮ ਹੈਗਾ ਭਾਈ। ਜਬ ਤੇ ਛੁਟੇ ਆਪ ਹਾਂ, ਜਦ ਤੋਂ ਇਨਸਾਨ ਦੀ ਆਪਣੀ ਹਉਮੈ ਛੁੱਟ ਜਾਂਦੀ ਹੈ ਭਾਈ, ਜਦ ਤੋਂ ਹਉਮੈ ਤੇ ਵਰਕਆਊਟ ਕਰ ਲੈਂਦਾ, ਜਦ ਤੋਂ ਤੂੰ ਕਰਨ ਲੱਗ ਜਾਂਦਾ, ਤਬ ਤੇ ਮਿਟੇ ਤਾਪ ਹਾਂ। ਤਦ ਤੋਂ ਜਿਹੜੇ ਹੈਗੇ ਤਾਪ ਜਿਹੜਾ ਹੈ ਮਾਇਆ ਦਾ, ਜਿਹਦੇ ਵਿੱਚ ਤਪਾ ਰਹੀ ਹੈ ਮਾਇਆ ਜਿਹੜੀ ਹੈਗੀ, ਆਦਿ ਵਿਆਧੀ ਉਪਾਧੀ ਜਿਹੜੀ ਹੈ, ਤੀਨੇ ਤਾਪ। ਇਹ ਚਿੰਤਾ ਸੋਚ ਫਿਕਰ ਅਮਲ ਜਿਹੜੇ ਲੱਗੇ ਹੋਏ ਆਪਾਂ ਨੂੰ ਪਦਾਰਥਾਂ ਦੇ, ਔਰ ਜਿਹੜਾ ਮਨ ਜਿਹੜਾ ਹੈਗਾ ਬਾਰ ਇਹ ਜਿਹੜਾ ਹੈਗਾ ਕੁਛ ਨਾ ਕੁਛ ਡਿਮਾਂਡ ਕਰੀ ਜਾਂਦਾ ਹੈ ਬੱਚੇ ਵਾਂਗੂ। ਇਹ ਤਾਪ ਹੈਗੇ 3, ਇਹ ਛੁੱਟ ਜਾਂਦੇ ਆ। ਫਿਰ ਸਟਾਰਟਿੰਗ ਪੁਆਇੰਟ ਸਾਧੂ ਸੰਗ ਮੇ ਹਾਂ, ਪੂਰਨ ਸੰਜਮੇ ਹਾਂ। ਜਬ ਤੇ ਛੁਟੇ ਆਪ ਹਾਂ, ਤਬ ਤੇ ਮਿਟੇ ਤਾਪ ਹਾਂ। ਕਿਰਪਾ ਤਾਰੀਆ ਹਾਂ। ਕਹਿੰਦੇ ਤੇਰੀ ਕਿਰਪਾ ਹੋ ਗਈ ਮਾਲਕਾ, ਤੇਰੀ ਕਿਰਪਾ ਹੋ ਗਈ, ਤੂੰ ਮੇਰੇ ਉੱਤੇ ਕਿਰਪਾ ਕਰ ਦਿੱਤੀ ਆ। ਪੱਤ ਰੱਖ ਬਨਵਾਰੀਆ ਮੇਰੇ ਮਨਾ, ਮੇਰੀ ਪੱਤ ਰੱਖ। ਮੈਨੂੰ ਮਨੁੱਖੀ ਸਰੀਰ ਦਿੱਤਾ ਹੈ, ਆਹ ਵਾਰੀ ਜਿਹੜੀ ਹੈ ਮੇਰੀ ਨਿਭਾ ਦੇ ਮਾਲਕਾ। ਮੇਰੇ ਉੱਤੇ ਕਿਰਪਾ ਕਰ ਦੇ, ਕਿਰਪਾ ਤਾਰ ਦੇ ਮੇਰੇ ਉੱਤੇ, ਪੱਤ ਰੱਖ ਮੇਰੀ। ਹੇ ਬਨਵਾਰੀਆ, ਇਹ ਬੰਦ ਦੀ ਮਾਲੀ ਤੇ ਬੰਦ ਦੇ ਕੰਟਰੋਲਰ। ਪੱਤ ਰੱਖ ਬਨਵਾਰੀਆ ਮੇਰੇ ਮਨਾ।
ਆਪਣੇ ਮਨ ਤੋਂ ਅੰਦਰੋਂ ਜਿਹੜਾ ਹੈਗਾ ਮਾਲਕ ਦੇ ਅੱਗੇ ਇਸ ਤਰੀਕੇ ਦੇ ਨਾਲ ਆਪਣੇ ਅੰਦਰ ਆ ਬਾਣੀ ਆਪਾਂ ਨੂੰ ਦੱਸ ਰਹੀ ਹੈ ਭਾਈ, ਜੇ ਮਾਲਕ ਤੋਂ ਲੈਣਾ ਹੈਗਾ ਤੇ ਇਸ ਤਰੀਕੇ ਦੇ ਨਾਲ ਹੋ ਜਾ ਪਿਆਰਿਆ। ਇਹ ਸੁਖ ਜਾਣੀਏ ਹਾਂ ਹਰ ਕਰੇ ਸੋ ਮਾਨੀਏ ਹਾਂ। ਆਹ ਸੁਖ ਲੈ ਲਾ ਪਿਆਰਿਆ, ਜਾਣ ਲਾ ਇਸ ਸੁਖ ਨੂੰ। ਮਾਲਕ ਜੋ ਕਰ ਰਿਹਾ ਆ ਉਹਨੂੰ ਮੰਨ ਲਾ, ਬਸ ਜੋ ਹੋ ਰਿਹਾ ਹੈ ਉਹਨੂੰ ਮੰਨ ਲਾ। ਇਹ ਸੁਖ ਜਾਣੀਏ ਹਾਂ ਹਰ ਕਰੇ ਸੋ ਮਾਨੀਏ ਹਾਂ। ਮੰਦਾ ਨਾ ਹੈ ਕੋਈ, ਹਾਂ ਕੋਈ ਮੰਦਾ ਨਹੀਂ ਹੈਗਾ, ਕੋਈ ਮੰਦਾ ਨਹੀਂ ਹੈਗਾ। ਸੰਤ ਕੀ ਰੇਣ ਹੋਏ, ਹਾਂ ਸੰਤਾਂ ਦੀ ਰੇਣ ਹੋ ਜਾ, ਸੰਤਾਂ ਦੀ ਰੇਣ ਹੋ ਜਾ। ਇਸ ਗਿਆਨ ਨੂੰ ਜਿਹੜਾ ਹੈਗਾ, ਜੋ ਗਿਆਨ ਕਹਿ ਰਿਹਾ ਆ, ਇਸ ਤੇ ਯੁਕਤੀ ਨਾ ਕਰ, ਆਪਣੇ ਮਨ ਦੀਆਂ ਕਾਢਾਂ ਨਾ ਕੱਢ। ਗਿਆਨ ਜੋ ਕਹਿ ਰਿਹਾ ਆ ਉਹਨੂੰ ਗਿਆਨ ਦੇ ਅਨੁਸਾਰ ਵਾਚ ਲਾ। ਇਹ ਸੁਖ ਜਾਣੀਏ ਹਾਂ ਹਰ ਕਰੇ ਸੋ ਮਾਨੀਏ ਹਾਂ। ਮੰਦਾ ਨਾਹੀ ਕੋਈ, ਹਾਂ ਕੋਈ ਮੰਦਾ ਨਹੀਂ। ਸਾਰੇ ਆਪੋ ਆਪਣੀ ਯਾਤਰਾ ਦੇ ਉੱਤੇ ਹੈ। ਸਾਰਿਆਂ ਦੇ ਕਾਰਨ ਸਰੀਰ ਹੈਗੇ ਆ, ਕੋਈ ਨੈਗੇਟਿਵ ਹੈਗਾ, ਕੋਈ ਪੋਜ਼ੀਟਿਵ ਹੈਗਾ, ਕੋਈ ਇਸੇ ਤਰ੍ਹਾਂ ਪਰਮਿਊਟੇਸ਼ਨ ਕੰਬੀਨੇਸ਼ਨ ਹੈਗਾ ਸਾਰਿਆਂ ਦਾ। ਸਾਰੇ ਜਿਹੜੇ ਆਪਣੇ ਵੱਲੋਂ ਜਿਹੜੇ ਹੈਗੇ, ਜਿੰਨਾ ਕੁ ਉਹਨਾਂ ਦੇ ਅੰਦਰ ਸੁਰਤ ਮਤ ਮਨ ਬੁੱਧ ਹੁੰਦਾ ਹੈ, ਉਸੇ ਹਿਸਾਬ ਦੇ ਨਾਲ ਸਾਰੇ ਜਿਹੜੇ ਦੁਨੀਆ ਦੇ ਵਿੱਚ ਗਤੀ ਕਰਦੇ। ਇਹ ਸੁਖ ਜਾਣੀਏ ਹਾਂ ਹਰ ਕਰੇ ਸੋ ਮਾਨੀਏ ਹਾਂ। ਮੰਦਾ ਨਾਹੇ ਕੋਏ, ਹਾਂ ਸੰਤ ਕੀ ਰੇਨ ਹੋਏ, ਹਾਂ ਆਪੇ ਜਿਸ ਰੱਖੇ, ਹਾਂ ਹਰੇ ਅੰਮ੍ਰਿਤ ਸੋ ਚਖੈ ਮੇਰੇ ਮਨਾ। ਆਇਆ ਮਾਲਕ ਨੇ ਮਿਹਰ ਕਰਨੀ ਹੈ ਭਾਈ, ਇਸ ਤਰੀਕੇ ਦੇ ਨਾਲ ਆਹ ਜਿਹੜੇ ਗੁਣ ਹੈਗੇ ਮਾਲਕ ਨੇ ਦੇਣੇ ਆ। ਜਿਹਨੇ ਆਹ ਗੁਣ ਧਾਰਨ ਕਰ ਰਹੇ, ਜਿਹਦੇ ਅੰਦਰ ਆਹ ਗੁਣ ਆ ਗਏ, ਤੇ ਉਹਦੇ ਅੰਦਰ ਅੰਮ੍ਰਿਤ ਆਟੋਮੈਟਿਕਲੀ ਝਰਨਾ ਹੈ ਤਾਂ ਫੁੱਟ ਪੈਣਾ ਹੈ ਭਾਈ। ਝਰਨੇ ਦੇ ਉੱਤੋਂ ਪੱਥਰ ਨਿਕਲੇ ਤੇ ਝਰਨੇ ਨੇ ਫੁੱਟ ਪੈਣਾ। ਆਪੇ ਜਿਸ ਰੱਖੇ ਹਾਂ ਹਰ ਅੰਮ੍ਰਿਤ ਸੋ ਚਖੈ ਮੇਰੇ ਮਨਾ। ਜਿਸ ਕਾ ਨਾਹੇ ਕੋਏ, ਹਾਂ ਤਿਸ ਕਾ ਪ੍ਰਭੂ ਸੋਏ, ਹਾਂ। ਦੇਖ ਲਓ, ਜਿਸ ਕਾ ਨਾਹੇ ਕੋਏ, ਹਾਂ ਜਿਹੜਾ ਅਨਾਥ ਹੋ ਜਾਂਦਾ ਹੈ ਉਹਦਾ ਨਾਥ ਬਣ ਜਾਂਦਾ ਹੈ ਮਾਲਕ ਪਰਮਾਤਮਾ। ਅੰਤਰਗਤ ਬੁਝੇ, ਹਾਂ ਉਹ ਅੰਦਰ ਖਾਤੇ ਅੰਦਰ ਜਿਹੜਾ ਬੁੱਝ ਜਾਂਦਾ ਇਸ ਚੀਜ਼ ਨੂੰ, ਜਿਹੜਾ ਇਸ ਗੱਲ ਨੂੰ ਬੁੱਝ ਗਿਆ। ਇਹ ਧਿਆਨ ਸਿਮਰਨ ਪ੍ਰੇਮ ਭਗਤੀ, ਮਾਲਕ ਪਰਮਾਤਮਾ ਹੀ ਕੰਟਰੋਲਰ ਹੈਗਾ। ਉਹੀ ਜਿਹੜਾ ਇਸ ਗੱਲ ਨੂੰ ਬੁੱਝ ਗਿਆ ਵੀ ਮਾਲਕ ਕਰਤਾ ਧਰਤਾ ਹੈ, ਮੈਂ ਕੁਛ ਨਹੀਂ ਹੈਗਾ, ਮੈਂ ਤਾਂ ਫਾਲਸ ਹੈਗਾ, ਝੂਠਾ ਕਰਤਾ ਬਣਿਆ ਬੈਠਾ ਹੈ। ਅੰਤਰਗਤ ਬੁਝੇ, ਹਾਂ ਸਭ ਕਿਸ ਤਿਸ ਸੁਝਿਆ, ਸਾਰਾ ਕੁਛ ਉਹਨੂੰ ਸੁਝਦਾ ਹੈ। ਪਤਿਤ ਉਧਾਰ ਲਿਹੋ, ਹਾਂ ਇਸ ਤਰੀਕੇ ਦੇ ਨਾਲ ਹੇ ਮੇਰੇ ਮਾਲਕਾ, ਅਰਦਾਸ ਕਰ ਰਹੇ ਮਹਾਰਾਜ ਕਿ ਮੈਨੂੰ ਪਤਿਤ ਨੂੰ ਉਧਾਰ ਲਾ। ਪਤਿਤ ਉਧਾਰ ਲਿਹੋ, ਹਾਂ ਹਾਂ ਦਾ ਮਤਲਬ ਹਾਂ ਮਾਲਕਾ, ਹਾਂ ਕਿਸੇ ਨੂੰ ਆਪਾਂ ਕਹੀਏ ਸੁਣ ਭਾਈ, ਹਾਂ ਪਤਿਤ ਉਧਾਰ ਲਿਓ, ਹਾਂ ਨਾਨਕ ਅਰਦਾਸ ਇਹੋ ਮੇਰੇ ਮਨਾ। ਆਹੀ ਅਰਦਾਸ ਆ, ਇਹੀ ਬੇਨਤੀ ਹੈਗੀ ਆ। ਇਹ ਜੀ ਇੱਕ ਹੋਰ ਸ਼ਬਦ ਆਸਾ ਵਰੀ ਦਾ। ਆਸਾ ਵਰੀ ਮਹੱਲਾ ਪੰਜਵਾਂ, ਇੱਕ ਤੁਕਾ। ਹੋਏ ਪਰਦੇਸੀਆ, ਹਾਂ ਸੁਨਤ ਸੰਦੇਸਿਆ, ਹਾਂ ਰਹਾਓ। ਕਹਿੰਦੇ ਦੇਖ ਮੇਰੇ ਮਨਾ, ਸੁਣ ਰਿਹਾ ਹੈ ਮੇਰੀ ਗੱਲ, ਮੈਂ ਕੀ ਕਹਿ ਰਿਹਾ ਹਾਂ, ਸੁਣਦਾ ਹੈ ਮੇਰੀ ਗੱਲ। ਕਹਿੰਦੇ ਪਰਦੇਸੀ ਹੈਗਾ, ਇੱਥੇ ਪਰਮਾਨੈਂਟ ਨਹੀਂ ਹੈਗਾ, ਥੋੜ੍ਹੇ ਟਾਈਮ ਵਾਸਤੇ ਆਇਆ ਹੈ। ਇਹ ਪੇਪਰ ਮਿਲਿਆ ਹੋਇਆ ਹੈ ਔਰ ਟਾਈਮ ਕਲਿੱਕ ਕਰ ਰਿਹਾ ਹੈ। ਹੋਏ ਪਰਦੇਸੀਆ, ਹਾਂ ਸੁਨਤ ਸੰਦੇਸਿਆ, ਹਾਂ ਰਹਾਓ। ਜਾਸਿਓ ਰਚ ਰਹੇ ਹਾਂ, ਸਭ ਕੋ ਤਜ ਗਏ ਹਾਂ। ਜਿਹਦੇ ਨਾਲ ਖੁੱਭਿਆ ਪਿਆ ਆ, ਜਿਹੜੇ ਸਵਾਦਾਂ ਦੇ ਨਾਲ, ਰਸਾਂ ਖਸਾਂ ਦੇ ਨਾਲ, ਪਦਾਰਥਾਂ ਦੇ ਨਾਲ, ਘਰ ਵਾਲੀ ਘਰ ਵਾਲਾ, ਕਾਰ ਗ੍ਰਸਤੀ ਸਾਰੇ ਛੱਡ ਕੇ ਜਾ ਚੁੱਕੇ ਆ। ਜਾਸਿਓ ਰਚ ਰਹੇ ਹਾਂ, ਸਭ ਕੋ ਤਜ ਗਏ ਹਾਂ। ਕੋਈ ਵੀ ਇੱਕ ਵੀ ਨਹੀਂ ਇੱਥੇ ਰਹਿ ਸਕਿਆ ਇਹਨੂੰ ਫੜ ਕੇ। ਜਾਸਿਓ ਰਚ ਰਹੇ ਹਾਂ, ਸਭ ਕੋ ਤਜ ਗਏ ਹਾਂ। ਸੁਪਨਾ ਜਿਉਂ ਪਏ ਆ, ਬਾਅਦ ਵਿੱਚ ਸੁਪਨਾ ਹੀ ਆਊਗਾ, ਅੱਖਾਂ ਮਲਦਾ ਉੱਠੇਗਾ ਜਦ ਉੱਥੇ ਜਿਹੜਾ ਹੈਗਾ ਆ ਕੇ ਜਮਦੂਤਾਂ ਨੇ ਜਿਹੜਾ ਹੈਗਾ ਸਾਹ ਰਗ ਦੇ ਉੱਤੇ ਜਦ ਦਬਾਅ ਪਾਇਆ, ਜਦ ਬੋਲੀ ਬੰਦ ਹੋ ਗਈ, ਜਦ ਲੈਣ ਆਏ, ਸਰੀਰ ਤੋਂ ਵੱਖ ਕਰਨ ਲੱਗੇ ਜਦ ਇਹ ਜੀਓ ਨੂੰ। ਜਾਸਿਓ ਰਚ ਰਹੇ ਹਾਂ, ਸਭ ਕੋ ਤਜ ਗਏ ਹਾਂ। ਸੁਪਨਾ ਜਿਉਂ ਪਏ ਹੈ, ਹਰ ਨਾਮ ਜਿਨ ਲਏ। ਜਿਨ ਦਾ ਮਤਲਬ ਕਿਉਂ ਨਹੀਂ ਚੱਪ ਰਿਹਾ, ਕਿਉਂ ਨਹੀਂ ਲੱਗ ਰਿਹਾ ਇਸ ਕੰਮ ਦੇ ਵਿੱਚ, ਜਿਹੜਾ ਕੰਮ ਕਰਨ ਵਾਸਤੇ ਜਿਹੜਾ ਹੈਗਾ ਇਹ ਸਰੀਰ ਮਿਲਿਆ ਹੈ।
क्यों समा जिहड़ा हैगा अपना इन्ना हीरे जैसा जन्म है कौडी बदले जाए कादे वास्ते। हर नाम जिन लए क्यों नहीं लेंदा नाम। जिन ਦਾ ਮਤਲਬ ਆ ਕਿਉਂ। ਇਹ ਬੋਲੀ ਹੈਗੀ ਆ ਇਹ ਇੱਧਰ ਦੀ ਜਿਹੜੀ ਹੈਗੀ ਰਾਜਸਥਾਨੀ। ਹਰ ਨਾਮ ਜਿਨ ਲੈ ਕਿਉਂ ਨਹੀਂ ਲੈਂਦਾ। ਇਹ ਦੇਖ ਲਓ ਇਹ ਆਪਣੇ ਹਰਿਆਣਾ ਵਾਲੇ ਵੀ ਕਹਿੰਦੇ ਆ ਹਰ ਤਜ ਅੰਨ ਲਗੇ ਹਾਂ। ਕਹਿੰਦੇ ਇਸ ਪਰਮਾਤਮਾ ਨੂੰ ਛੱਡ ਕੇ ਜਿਹੜਾ ਹੈਗਾ ਉਹਦੀ ਦਾਸੀ ਉਹਦੀ ਮਾਇਆ ਦੇ ਨਾਲ ਲੱਗਿਆ ਹੋਇਆ ਤੂੰ। ਉਹਨੇ ਬਣਾਇਆ ਉਹਨੂੰ ਮਾਲਕ ਨੂੰ ਜਿਹਨੇ ਬਣਾਇਆ ਜੋ ਮਾਲਕ ਹੈਗਾ ਉਹਨੂੰ ਜਾਣਦਾ ਨਹੀਂ ਹੈ। ਔਰ ਜਿਹੜੀ ਚੀਜ਼ ਹੈਗੀ ਜੋ ਹੈਗਾ ਉਹਨੂੰ ਤੂੰ ਦਾਸੀ ਦੇ ਨਾਲ ਜਿਹੜਾ ਹੈਗਾ ਉਹਨੂੰ ਤੂੰ ਦਾਸੀ ਦੇ ਚਰਨਾਂ 'ਚ ਪਿਆ ਰਹਿੰਦਾ ਹੈ। ਦਾਸੀ ਦੇ ਨਾਲ ਤੂੰ ਜਿਹੜਾ ਹੈਗਾ ਹਾੜੇ ਕੱਢਦਾ ਉਹਦੀ। ਔਰ ਜਿਹਨੇ ਜਿਹੜਾ ਮਾਲਕ ਹੈਗਾ ਉਹਨੂੰ ਤੂੰ ਜਾਣਦਾ ਹੀ ਨਹੀਂ ਹੈ। ਕਮਾਲ ਆ। ਹਰ ਤਜ ਅੰਨ ਲਗੇ ਹਾਂ ਜਨਮੈ ਮਰ ਭਗੇ ਹਾਂ। ਦੇਖ ਲਾ ਪਿਆਰਿਆ ਫਿਰ ਇਹਦਾ ਰੂਲ ਹੈਗਾ। ਇਹਦਾ ਰੂਲ ਕੀ ਆ ਵੀ ਜਨਮਦਾ ਰਹਿ ਤੇ ਮਰਦਾ ਰਹਿ ਜਨਮਦਾ ਰਹਿ ਮਰਦਾ ਰਹਿ ਤੇ ਇਸੇ ਦੌੜ ਦੇ ਵਿੱਚ ਰਹਿ। ਜਨਮੈ ਮਰ ਭਗੇ ਹਾਂ ਇਸੇ 'ਚ ਭੱਜਦਾ ਰਹਿ ਬਸ। ਹਰ ਤਜ ਅੰਨ ਲਗੇ ਹਾਂ ਜਨਮੈ ਮਰ ਭਗੇ ਹਾਂ। ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ। ਬਸ ਜਿਹਨੇ ਧਿਆਨ ਸਿਮਰਨ ਕਰ ਲਿਆ ਜਿਹੜਾ ਮਾਲਕ ਦੇ ਨਾਲ ਜੁੜ ਗਿਆ ਜਿਹਨੇ ਭਗਤੀ ਕਰ ਲਈ ਕਹਿੰਦੇ ਜੀਵਤ ਹੋ ਗਿਆ ਉਹ ਨਹੀਂ ਆਏਗਾ ਜਨਮ ਮਰਨ ਦੇ ਵਿੱਚ। ਉਹ ਜਨਮੇ ਮਰ ਭਗਿਆ ਨਹੀਂ ਹੋਏਗਾ ਉਹਦਾ ਭਾਈ। ਕਿਆ ਕਮਾਲ ਗਿਆਨ ਹੈ ਜੀ ਕਿਆ ਕਮਾਲ ਗਿਆਨ ਹੈ। ਹਰ ਤਜ ਜਨ ਲਗੇ ਹਾਂ ਜਨਮੇ ਮਰ ਭਗੇ ਹਾਂ। ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ। ਜਿਸੈ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ। ਮਾਲਕਾ ਮੇਰੇ ਕੋਲੋਂ ਮੈਨੂੰ ਆ ਗਿਆਨ ਮਿਲ ਗਿਆ ਨਾ ਤਾਂ ਵੀ ਮੈਂ ਨਹੀਂ ਕਰ ਸਕਦਾ। ਤੇਰੀ ਮੈਨੂੰ ਹਾਲੇ ਵੀ ਤੇਰੀ ਲੋੜ ਆ। ਬਸ ਤੂੰ ਮੇਰੇ ਕੋਲੋਂ ਕਰਵਾ। ਤੂੰ ਕਿਰਪਾਲ ਹੋ ਮੇਰੇ ਉੱਤੇ ਮਾਲਕਾ। ਜਿਸੇ ਕਿਰਪਾਲ ਹੋਏ ਆ ਜਿਸ ਦੇ ਉੱਤੇ ਤੂੰ ਕਿਰਪਾਲ ਹੋਣਾ ਹੈ। ਨਾਨਕ ਭਗਤ ਸੋਏ ਉਹੀ ਭਗਤੀ ਕਰਦਾ ਹੈ ਔਰ ਉਹੀ ਭਗਤ ਅਖਵਾਉਂਦਾ ਹੈ। ਉਹੀ ਭਗਤ ਉਹਦੀ ਸੋਭਾ ਹੁੰਦੀ। ਹਾਜੀ ਆਸਾਵਰੀ 7 ਸੀਗੇ ਸ਼ਬਦ ਔਰ 163 ਸ਼ਬਦ ਜਿਹੜੇ ਹੈਗੇ ਦੇਖੋ 2 ਲਿਖਿਆ ਇਹ 2 ਬੰਦਾਂ ਦਾ ਸ਼ਬਦ ਹੈ। ਪਹਿਲਾਂ 2 ਡੰਡੀਆਂ ਪਾਈਆਂ 2 ਫਿਰ 2 ਡੰਡੀਆਂ 7 ਇਹ 7 ਸ਼ਬਦ ਸੀ ਇਸ ਲੜੀ ਦੇ ਆਸਾਵਰੀ ਦੇ। ਇਸ ਤੋਂ ਬਾਅਦ 2 ਡੰਡੀਆਂ ਇਹ 163 163 ਸ਼ਬਦ ਟੋਟਲ ਇਸ ਰਾਗ ਦੇ ਵਿੱਚ ਹਾਲੇ ਤੱਕ ਪੰਜਵੀਂ ਪਾਤਸ਼ਾਹੀ ਦੇ ਆਏ ਆ। 2 ਇਸ ਤੋਂ ਬਾਅਦ 2 ਡੰਡੀਆਂ 232 232 ਟੋਟਲ ਸ਼ਬਦ ਹੋ ਗਏ ਜਦ ਦਾ ਇਹ ਰਾਗ ਚੱਲਿਆ। ਇੰਨਾ ਸੀਲਬੰਦ ਹੈਗਾ ਇੰਟਰਲੌਕਿੰਗ ਕੀਤੀ ਹੈ। ਮਜ਼ਾ ਲਿਆ ਕੋਈ ਇਹਦੇ ਵਿੱਚ ਇੱਕ ਬੰਦ ਵੀ ਪਾ ਦੇ ਤਾਂ ਇਹ ਗਿਆਨ ਬਚ ਗਿਆ। ਨਹੀਂ ਤਾਂ ਜਿਹੜਾ ਬਾਕੀ ਜਿਹੜੇ ਹੈਗੇ ਸਾਰਾ ਮਿਲਾਵਟ ਵਿੱਚ ਮਿਲਾਵਟ ਹੈ। ਉਹ ਸਾਰਿਆਂ ਦੇ ਵਿੱਚ ਬ੍ਰਹਮ ਗਿਆਨ ਹੈ ਪਰ ਉਹਦੇ ਵਿੱਚ ਮਿਲਾਵਟ ਆ ਗਈ ਹੈ। ਇਹਨਾਂ ਨੇ ਤਾਂ ਦੇਖ ਲਓ ਜਿਹੜੇ ਹੈਗੇ ਇਹਨਾਂ ਨੇ ਆਪਣੇ ਜਿਹੜੇ ਹੈਗੇ ਆ ਬਾਈਬਲ ਵਾਲਿਆਂ ਨੇ ਇਹਦੇ ਵਿੱਚ ਜਿਹੜੇ ਹੈਗੇ ਫਿਰ ਅਮੈਂਡਮੈਂਟਸ ਕੀਤੇ ਆ ਇਹਨਾਂ ਨੇ ਬਾਈਬਲ ਦੇ। ਉਹਨੂੰ ਮਿਲਾਵਟ ਨੂੰ ਕੱਢਿਆ। ਕਈ ਮੰਨਦੇ ਆ ਕਈ ਨਹੀਂ ਮੰਨਦੇ। 2 ਟਾਈਪ ਦੇ ਹੋ ਗਏ ਕ੍ਰਿਸਚਨ। ਅੱਗੇ ਜਿਹੜਾ ਹੈਗਾ 9ਵੀਂ ਪਾਤਸ਼ਾਹੀ ਦਾ ਸ਼ਬਦ ਆ ਰਿਹਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ 9ਵਾਂ। ਬਿਰਤਾ ਕਹੋ ਕੌਣ ਸਿਉ ਮਨ ਕੀ। ਕਹਿੰਦੇ ਮੈਂ ਕਿਹਨੂੰ ਕਵਾਂ ਮੈਂ ਕਿਹਨੂੰ ਆਪਣੇ ਮਨ ਦੀ ਦਸ਼ਾ ਕਿਹਨੂੰ ਦੱਸਾਂ। ਮੇਰੇ ਅੰਦਰ ਮੈਨੂੰ ਕੀ ਪ੍ਰੋਬਲਮ ਹੈਗੀ ਮੈਂ ਆਪਣੀ ਪ੍ਰੋਬਲਮ ਕਿਹਦੇ ਕੋਲ ਡਿਸਕਸ ਕਰਾਂ। ਪ੍ਰੋਬਲਮ ਕੀ ਹੈਗੀ ਆ। ਕਹਿੰਦੇ ਪ੍ਰੋਬਲਮ ਹੈਗੀ ਆ ਵੀ ਮੈਂ ਜਿਹੜਾ ਹੈਗਾ ਇਹ ਜੋ ਮਾਲਕ ਨੇ ਖੇਡ ਪਾਈ ਹੈ ਇਸ 'ਚੋਂ ਨਿਕਲਣਾ ਚਾਹੁੰਦਾ ਹੈ। ਆਹੀ ਪ੍ਰੋਬਲਮ ਹੈਗੀ। ਬਿਰਤਾ ਕਹੋ ਕੌਣ ਸਿਉ ਮਨ ਕੀ। ਮੈਂ ਕਿਹਦੇ ਨਾਲ ਕਵਾਂ ਕਿਹਨੂੰ ਡਿਸਕਸ ਕਰਾਂ। ਲੋਭ ਗ੍ਰਸਿਓ ਦਸੋਂ ਦਿਸ ਧਾਵਤ ਆਸਾ ਲਾਗਿਓ ਤਨ ਕੀ। ਆਹ ਪ੍ਰੋਬਲਮ ਹੈਗੀ। ਲੋਭ ਦੇ ਵਿੱਚ 10 ਦਿਸ਼ਾਵਾਂ ਦੇ ਵਿੱਚ ਜਿਹੜਾ ਦੌੜਦਾ ਹੈ ਮਨ ਔਰ ਧਨ ਦੀ ਆਸ ਹਮੇਸ਼ਾ ਲੱਗੀ ਰਹਿੰਦੀ ਹੈ ਇਹਦੇ ਅੰਦਰ। ਕੁੱਤੇ ਵਾਂਗੂ ਜਿਹੜਾ ਹੈਗਾ ਲੋਭ ਹੈ ਕੁੱਤੇ ਵਾਂਗੂ ਲੋਭ ਕਰਦਾ ਹੈ ਔਰ 24/7 ਜਿਹੜਾ ਹੈਗਾ 24 ਘੰਟੇ ਜਿਹੜਾ ਹੈਗਾ ਇਸੇ ਕੰਮ 'ਚ ਲੱਗਿਆ ਰਹਿੰਦਾ ਹੈ। ਆਹ ਬਿਰਥਾ ਹੈਗੀ ਭਾਈ। ਬਿਰਥਾ ਕਹੋ ਕੌਣ ਸਿਓ ਮਨ ਕੀ। ਲੋਭ ਗ੍ਰਸਿਓ ਦਸੋਂ ਦਿਸ ਧਾਵਤ ਆਸਾ ਲਾਗਿਓ ਧਨ ਕੀ। ਧਨ ਦੀ ਪਦਾਰਥਾਂ ਦੀ ਆਸ ਹਮੇਸ਼ਾ ਜਿੰਨਾ ਮਰਜ਼ੀ ਲੈ ਸਾਰੀ ਦੁਨੀਆ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਤਾਂ ਵੀ ਇਹਦੀ ਤਸੱਲੀ ਨਹੀਂ ਹੁੰਦੀ।
ਤਾਂ ਵੀ ਤਸੱਲੀ ਨਹੀਂ ਹੁੰਦੀ। ਬੰਨਾ ਪੁਰੀਆਂ ਭਾਰ ਜਪ ਬਾਣੀ ਚਾਹੁੰਦਾ ਹੈ, ਸਾਰੀਆਂ ਪੁਰੀਆਂ ਦਾ ਭਾਰ ਬੰਨ ਲਵਾਂ, ਤਾਂ ਵੀ ਨਹੀਂ ਸੈਟਿਸਫਾਈ ਹੁੰਦਾ। ਬਿਰਤਾ ਕਹੋ ਕੌਣ ਸਿਓ ਮਨ ਕੀ, ਲੋਭ ਗ੍ਰਸਿਓ ਦਸੋਂ ਦਿਸ ਧਾਵਤ, ਆਸਾ ਲਾਗਿਓ ਧਨ ਕੀ ਰਾਹ, ਸੁਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਦੇਖ ਲਓ, ਮਾਲਕ ਨੂੰ ਛੱਡ ਕੇ ਦਾਸੀ ਦੀ ਪੂਜਾ, ਦਾਸੀ ਦੀ ਭਗਤੀ, ਦਾਸੀ ਦੀ ਸੇਵਾ, ਔਰ ਜਿਹੜੇ ਹੈਗੇ ਜਨ ਜਨ ਜਿਹੜੇ ਦੁਨੀਆ ਦੇ ਵਿੱਚ ਜਿਨ੍ਹਾਂ ਕੋਲ ਧਨ ਦੌਲਤ ਜੋ ਕੁਝ ਵੀ ਹੈ, ਇਹਦਾ ਸਵਾਰਥ ਪੂਰਾ ਹੁੰਦਾ, ਸੁੱਖ ਦੇ ਵਾਸਤੇ ਜਿਹੜਾ ਹੈਗਾ ਬਹੁਤ ਦੁੱਖ ਹੀ ਉਠਾਉਂਦਾ ਹੈ, ਔਰ ਜਣੇ ਖਣੇ ਦੇ ਕੋਲ ਜਾ ਕੇ ਗਿੜਗੜਾਉਂਦਾ ਹੈ। ਸੁਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਉ ਡੋਲਤ, ਨਹਿ ਸੁਧ ਰਾਮ ਭਜਨ ਕੀ। ਕਹਿੰਦੇ ਦੁਆਰ ਦੁਆਰ 'ਤੇ ਜਾ ਕੇ, ਦੁਆਰ ਦੁਆਰ ਜਾ ਕੇ ਸਵਾਨ ਜਿਉਂ ਡੋਲਤ, ਜਿਵੇਂ ਕੁੱਤਾ ਡੋਲਦਾ ਹੈ ਭਾਈ। ਸੁੱਧੀ ਹੈ ਨਹੀਂ ਗੀ ਪਰਮੇਸ਼ਰ ਦੀ ਭਗਤੀ ਕਰਨ ਦੀ, ਰਾਮ ਭਜਨ ਦੀ ਇਹਦੇ ਦਿਮਾਗ ਦੇ ਵਿੱਚ ਆਇਆ ਹੀ ਨਹੀਂ, ਕਦੀ ਹੈ ਹੀ ਨਹੀਂ ਇਹਦੇ ਇਸ ਪਾਸੇ ਇਹਦਾ ਜਿਹੜਾ ਹੈਗਾ ਇੱਛਾ, ਸੋਝੀ ਨਹੀਂ ਹੈ, ਸੂਝੀ ਨਹੀਂ ਹੈ, ਬੇਸੁੱਧ ਪਿਆ ਹੋਇਆ ਹੈ। ਦੁਆਰੇ ਦੁਆਰ ਸਵਾਨ ਜਿਉਂ ਡੋਲਤ, ਨਹਿ ਸੁਧ ਰਾਮ ਭਜਨ ਕੀ, ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹਸਨ ਕੀ। ਆ ਕੀ ਕਹਿ ਰਹੇ ਮਹਾਰਾਜ ਜੀ, ਮਾਨਸ ਜਨਮ ਅਕਾਰਥ ਖੋਵਤ। ਕਹਿੰਦੇ ਇਸ ਤਰੀਕੇ ਦੇ ਨਾਲ ਮਨੁੱਖਾ ਜੂਨ ਤਾਂ ਅਕਾਰਥ ਜਾ ਰਹੀ ਹੈ, ਸਾਰੇ ਹੀ ਖੋ ਰਹੇ ਆ। ਲਾਜ ਨਾ ਲੋਕ ਹਸਨ ਕੀ, ਲੋਕੀ ਤਾਂ ਕੋਈ ਹੱਸਦੇ ਨਹੀਂ ਹੈ। ਭੇਤ ਕੀ ਹੈ ਇਹਦਾ, ਲੋਕੀ ਥੋੜ੍ਹੀ ਨਾ ਹੱਸਦੇ ਆ ਵੀ ਹੁਣ ਮੈਂ ਜਿਹੜਾ ਹੈਗਾ ਨਹੀਂ ਭਗਤੀ ਕਰ ਰਿਹਾ, ਮੈਂ ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਪਦਾਰਥਾਂ ਦੇ ਵਿੱਚ, ਮੈਂ ਦੁਨੀਆ ਦੇ ਵਿੱਚ ਜਿਹੜਾ ਆਪਣਾ ਜਨਮ ਜੋ ਗਵਾ ਰਿਹਾ, ਕੋਈ ਕਿਹੜਾ ਹੱਸ ਰਿਹਾ ਕੋਈ ਮੇਰੇ ਉੱਤੇ, ਹੱਸੇ ਤੇ ਮੈਨੂੰ ਸ਼ਰਮ ਆ ਜਾਏ। ਭੇਤ ਕੀ ਹੈਗਾ ਇਹਦਾ, ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹਸਨ ਕੀ। ਕਹਿੰਦੇ ਮਿੱਤਰਾ ਦੇਖ, ਦੁਆਰ ਦੁਆਰ ਸਵਾਨ ਵਾਂਗੂ, ਕੁੱਤੇ ਵਾਂਗੂ ਡੋਲ ਰਿਹਾ ਹੈ, ਕੁੱਤੇ ਵਾਂਗੂ ਡੋਲ ਰਿਹਾ ਹੈ, ਔਰ ਰਸਕਸ ਇਸੇ ਦੇ ਵਾਸਤੇ ਜਿਹੜਾ ਹੈਗਾ ਸਾਰਾ ਜੀਵਨ ਲਗਾ ਰਿਹਾ ਹੈ। ਔਰ ਤੈਨੂੰ ਜਿਹੜਾ ਹੈਗਾ ਇਨਸਾਨ ਨੂੰ ਇੰਨਾ ਜ਼ਿਆਦਾ ਜਿਹੜਾ ਹੈਗਾ ਉਹ ਨਿਰਦਈ ਕਹਿ ਲਓ, ਇੰਨਾ ਜ਼ਿਆਦਾ ਜਿਹੜਾ ਹੈਗਾ ਇਸ ਦੇ ਵਿੱਚ ਜਿਹੜਾ ਹੈਗਾ ਇਹ ਰਸਕਸ ਪ੍ਰਾਪਤ ਕਰਨ ਦੇ ਵਾਸਤੇ ਜਿਹੜਾ ਹੈਗਾ ਬੇਸ਼ਰਮ ਹੋ ਜਾਂਦਾ ਹੈ, ਇੰਨਾ ਬੇਸ਼ਰਮ ਹੋ ਜਾਂਦਾ ਹੈ ਕਿ ਲੋਕਾਂ ਦੀ ਕੋਈ ਲਾਜ, ਲੋਕ ਲੱਜਾ ਦੀ ਕੋਈ ਪਰਵਾਹ ਹੀ ਨਹੀਂ ਕਰਦਾ, ਕਿਸੇ ਵੀ ਤਰੀਕੇ ਦੇ ਨਾਲ ਕਹਿੰਦਾ ਮੈਨੂੰ ਆਹ ਚੀਜ਼ ਚਾਹੀਦੀ ਹੈ। ਅੱਜ ਕੱਲ੍ਹ ਦੇਖ ਲਓ ਰਿਸ਼ਵਤ ਲੈਂਦੇ ਲੋਕੀ, ਹੈ ਕਿਸੇ ਦੀ ਪਰਵਾਹ ਕਰਦਾ ਹੈ ਕੋਈ ਕਿਸੇ ਦੀ ਪਰਵਾਹ? ਕੋਈ ਭੋਗ ਕਰਨਾ, ਦੁਨੀਆ ਦੇ ਪਦਾਰਥ ਲੈਣੇ, ਹੋਰ ਠੱਗੀ ਠੋਰੀ ਕਰਨੀ ਹੈ ਕਿਸੇ ਨੂੰ ਕਿਸੇ ਦੀ ਲੱਜਾ? ਲੋਕਾਂ ਦੇ ਹੱਸਣ ਦੀ, ਜਾਂ ਲੋਕੀ ਕੀ ਕਹਿੰਦੇ ਆ, ਕਹਿੰਦੇ ਹੂ ਕੇਅਰਸ, ਬਸ ਆਹ ਵਰਡ ਹੈਗਾ। ਆਹ ਕਹਿ ਰਹੇ ਮਹਾਰਾਜ, ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹਸਨ ਕੀ। ਹੈ ਹੀ ਨਹੀਂ, ਕਹਿੰਦੇ ਕੋਈ ਤੇਰੀ ਸ਼ਰਮ ਹੀ ਹੈ ਨਹੀਂ ਗੀ, ਤੇਰੀ ਬੇਸ਼ਰਮ ਹੋ ਕੇ ਜਿਹੜਾ ਹੈਗਾ ਨੰਗਾ ਹੋ ਕੇ ਨੱਚ ਰਿਹਾ ਹੈ। ਆਇਆ ਇਹਦਾ ਲਾਜ ਨਾ ਲੋਕ ਹਸਨ ਕੀ। ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹਸਨ ਕੀ। ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਕੁਮਤ ਵਿਨਾਸ਼ ਤਨ ਕੀ। ਓਏ ਮੂਰਖਾ, ਕਿਉਂ ਨਹੀਂ ਜਿਹੜਾ ਹੈਗਾ ਤੂੰ ਭਗਤੀ ਕਰਦਾ ਹੈ? ਕਿਉਂ ਨਹੀਂ ਭਗਤੀ ਕਰਦਾ? ਭਗਤੀ ਕਰ, ਪਰਮੇਸ਼ਰ ਦੀ ਭਗਤੀ ਕਰ, ਧਿਆਨ ਸਿਮਰਨ ਕਰ, ਅਤੇ ਆਹ ਤੇਰੀ ਭੈੜੀ ਮੱਤ ਜਿਹੜੀ ਹੈਗੀ ਬਿਨਸ ਜਾਏ। ਇਹ ਸਰੀਰ ਦੀ ਕੀ ਭੈੜੀ ਮੱਤ ਹੈ ਭਾਈ? ਸਰੀਰ ਦੀ ਮੱਤ ਹੈ, ਸਾਰਾ ਕੁਛ ਤਾਂ ਸਰੀਰ ਦੇ ਵਾਸਤੇ ਹੀ ਕਰ ਰਹੇ ਆਪਾਂ। ਭੈੜੀ ਮੱਤ ਸਰੀਰ ਦੀ ਹੈ, ਅਵਗੁਣ ਸਰੀਰ ਦੇ ਵਿੱਚ ਹੈਗੇ। ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਓਹੋ ਕੁਮਤ ਵਿਨਾਸ਼ ਤਨ ਕੀ। ਹਾਂ, ਤੇਰੇ ਸੰਸਕਾਰ ਜਿਹੜੇ ਖਤਮ ਹੋ ਜਾਣ। ਹਾਂ, ਇੱਕੋ ਹੀ ਸ਼ਬਦ ਸੀਗਾ ਜੀ ਇਹ ਆਪਣੇ ਪਹਿਲੀ 9ਵੀਂ ਪਾਤਸ਼ਾਹੀ ਦਾ, 233 ਪਿਛਲੇ 232 ਸੀਗਾ, 233 ਟੋਟਲ ਵੱਧ ਗਿਆ। ਔਰ ਇੱਧਰ 2 ਬੰਦਾਂ ਦਾ ਸ਼ਬਦ ਹੈਗਾ ਔਰ ਇੱਕ ਪਹਿਲਾ ਹੀ ਸ਼ਬਦ ਹੈਗਾ। ਇਸ ਤੋਂ ਅੱਗੇ ਪਹਿਲੀ ਪਾਤਸ਼ਾਹੀ ਦੇ ਸ਼ਬਦ ਸ਼ੁਰੂ ਹੋ ਜਾਂਦੇ, ਅਸ਼ਟਪਦੀਆਂ ਸ਼ੁਰੂ ਹੋ ਜਾਂਦੀਆਂ, 8 ਪਦੇ ਵਾਲੀਆਂ ਜਿਹੜੇ ਸ਼ਬਦ ਸ਼ੁਰੂ ਹੋ ਜਾਂਦੇ। ਥੋੜ੍ਹਾ ਸਮਾਂ ਹੈਗਾ, ਇੱਕ ਅਸ਼ਟਪਦੀ ਲੈ ਲੈਂਦੇ ਹਾਂ। ਰਾਗ ਆਸਾ ਮਹੱਲਾ ਪਹਿਲਾ, ਅਸ਼ਟਪਦੀਆਂ ਘਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਘਰ ਦੂਜਾ ਮਤਲਬ ਜਿਹੜਾ ਹੈਗਾ ਇਹਦੇ ਵਿੱਚ ਇੱਕ ਵਿਸ਼ਰਾਮ ਆਏਗਾ, ਇੱਕ ਲਾਈਨ ਦੇ ਵਿੱਚ ਜਿਹੜਾ ਹੈਗਾ 2 ਘਰ ਬਣਾ ਲਓ।
2 ਘਰ ਬਣਾ ਕੇ ਵਿਚਾਲੇ ਜਿਹੜਾ ਇੱਕ ਜਗ੍ਹਾ 'ਤੇ ਵਿਸ਼ਰਾਮ ਲੈ ਲਓ ਬਸ। ਉੱਤਰ ਅਵਗਟ ਸਰਵਰ ਨਾਵੈ, ਉੱਤਰ ਅਵਗਟ, ਇਸ ਤੋਂ ਬਾਅਦ ਸਰਵਰ ਨਾਵੈ। ਬਕੇ ਨਾ ਬੋਲੇ ਹਰ ਗੁਣ ਗਾਵੈ, ਜਲ ਆਕਾਸੀ ਸੁਨ ਸਮਾਵੈ, ਰਸ ਸਤ ਝੋਲ ਮਹਾ ਰਸ ਪਾਵੈ। ਪਹਿਲੀ ਪਾਤਸ਼ਾਹੀ ਦੀ ਬਾਣੀ ਜਿਹੜੀ ਹੈ ਨਾ, ਇਹਨੂੰ ਜਿਹੜਾ ਹੈਗਾ, ਇਹਦੇ ਵਿੱਚੋਂ ਜਿਹੜਾ ਹੈਗਾ ਹੀਰੇ ਮੋਤੀ ਕੱਢਣੇ, ਇਹਨੂੰ ਜਿਹੜਾ ਹੈਗਾ ਖੋਲ੍ਹਣਾ ਬਹੁਤ ਔਖਾ ਹੈ ਜੀ, ਬਹੁਤ ਜ਼ਿਆਦਾ। ਕਬੀਰ ਜੀ ਔਰ ਪਹਿਲੀ ਪਾਤਸ਼ਾਹੀ ਇਹ ਤਾਂ ਬਹੁਤ ਮਾਲਕ ਮਿਹਰ ਕਰੇ। ਉੱਤਰ ਅਵਗਟ ਸਰਵਰ ਨਾਵੈ। ਹੁਣ ਆਪਾਂ ਜਿਹੜੇ ਹੈਗੇ ਆ, ਜਿਸ ਸਰੋਵਰ ਦੇ ਵਿੱਚ ਨਹਾਉਣਾ ਆ, ਨਾਮ ਸਰੋਵਰ ਦੇ ਵਿੱਚ ਮਨ ਨੇ ਇਸ਼ਨਾਨ ਕਰਨਾ ਹੈ, ਅਤੇ ਆਪਾਂ ਨੂੰ ਮਹਾਰਾਜ ਕਹਿੰਦੇ ਆ ਭਾਈ ਉਤਰਨਾ ਪਊਗਾ। ਇਹ ਜਿੱਥੇ ਜਿਹੜਾ ਹੈਗਾ ਤੂੰ ਅਹੰਕਾਰ ਦੀ ਹਉਮੈ ਦੀ ਟੀਸੀ 'ਤੇ ਬੈਠਾ ਹੈ, ਇੱਥੋਂ ਥੱਲੇ ਆਉਣਾ ਪਊਗਾ, ਤੈਨੂੰ ਨਿਮਰਤਾ ਧਾਰਨ ਕਰਨੀ ਪਊਗੀ। ਉੱਤਰੇ ਅਵਗਟ ਹੈ ਕਹਿੰਦੇ, ਅਵਗਟ ਕਹਿੰਦੇ ਬਹੁਤ ਬਹੁਤ ਔਖਾ ਹੈ ਇਹ ਹਉਮੈ ਆਪਣੀ ਛੱਡਣੀ। ਉੱਤਰ ਅਵਗਟ ਸਰਵਰ ਨਾਵੈ, ਨਹਾਵੈ ਤਾਂ ਤੂੰ ਇਹ ਸਰੋਵਰ ਦੇ ਵਿੱਚ ਨਹਾ ਸਕਦਾ ਹੈ ਪਿਆਰਿਆ, ਤਾਂ ਤੇਰਾ ਮਨ ਨਿਰਮਲ ਹੋ ਸਕਦਾ। ਬਕੈ ਨਾ ਬੋਲੇ ਹਰ ਗੁਣ ਗਾਵੇ। ਦੇਖ ਦੁਨੀਆ ਦੇ ਵਿੱਚ ਫਾਲਤੂ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਕਾਮ ਵਾਂਗੂ ਜਿਹੜੀ ਲਾਉ ਨਾ ਕਰੀ। ਮਾੜਾ ਜਿਹਾ ਵੀ ਥੋੜ੍ਹਾ ਜਿਹਾ ਪਤਾ ਲੱਗ ਗਿਆ ਆਪਣਾ ਜਿਹੜਾ ਹੈਗਾ ਬੋਲਣ ਵਾਸਤੇ ਬਕਣ ਬੋਲੀ ਜਿਹੜੀ ਹੈਗੀ ਇਹ ਪਹਿਲਾਂ ਬੋਲੀ ਸੀ ਬਕਣਾ। ਅੱਜ ਕੱਲ੍ਹ ਬਕਣਾ ਜਿਹੜਾ ਹੈਗਾ ਆਪਾਂ ਕਹਿ ਦਿੰਦੇ ਵੀ ਥੋੜ੍ਹਾ ਮਾੜੇ ਲਫ਼ਜ਼ 'ਚ ਕਹਿ ਦਿੰਦੇ, ਪਰ ਉਦੋਂ ਜਿਹੜਾ ਹੈਗਾ ਬੋਲਣ ਨੂੰ ਹੀ ਕਹਿੰਦੇ ਸੀਗੇ। ਬਕੇ ਨਾ ਬੋਲੇ ਹਰ ਗੁਣ ਗਾਵੇ, ਕਹਿੰਦੇ ਬਸ ਪਰਮੇਸ਼ਰ ਦੀ ਭਗਤੀ ਕਰਦਾ ਰਹੇ, ਮਾਲਕ ਦਾ ਜਸ ਗਾਉਂਦਾ ਰਹੇ। ਜਲ ਆਕਾਸੀ ਸੁਨ ਸਮਾਵੈ, ਕਹਿੰਦੇ ਦੇਖ ਲਾ ਮਿੱਤਰਾ, ਸੁਣ ਦੇ ਵਿੱਚ ਤਾਂ ਸਮਾਉਣਾ ਪਊਗਾ, ਵਿਚਾਰ ਬੰਦ ਕਰਨੇ ਪਊਗੇ, ਉੱਪਰ ਨੂੰ ਤਾਂ ਜਾਣਾ ਪਊਗਾ ਪਿਆਰਿਆ। ਦੇਖ ਪਾਣੀ ਸਮੁੰਦਰ ਦਾ ਪਾਣੀ ਹੈ, ਕਿਤੇ ਨਦੀਆਂ ਦਾ ਪਾਣੀ ਹੈ, ਸਾਰਾ ਪਾਣੀ ਜਿਹੜਾ ਹੈਗਾ ਪਾਣੀ ਬੱਦਲ ਬਣ ਕੇ ਉੱਪਰ ਜਾਂਦਾ ਹੈ, ਉਵੇਂ ਦਾ ਤੈਨੂੰ ਕਰਨਾ ਪਊਗਾ। ਆਪਣੀ ਜਿਹੜੇ ਹੈਗੇ 9 ਦਰਵਾਜ਼ਿਆਂ ਤੋਂ ਸੁਰਤ ਚੱਕਣੀ ਪਊਗੀ। ਜਲ ਆਕਾਸੀ ਸੁਨ ਸਮਾਵੈ, ਇਸ ਤਰੀਕੇ ਦੇ ਨਾਲ ਜਲ ਨੂੰ ਲਾਲੇ ਨੂੰ ਔਂਕੜ ਲੱਗੀ ਹੋਈ ਹੈ। ਇਹ ਪ੍ਰਾਣ ਸ਼ਕਤੀ ਜਿਹੜੀ ਹੈਗੀ ਤੈਨੂੰ ਉੱਪਰ ਲੈ ਕੇ ਜਾਣੀ ਪਊਗੀ, ਸੁਨ ਦੇ ਵਿੱਚ ਸਮਾਉਣਾ ਪਊਗਾ। ਰਸ ਸਤ ਝੋਲ ਮਹਾਰਸ ਪਾਵੈ, ਹੁਣ ਇੱਥੇ ਰਸ ਨੂੰ ਔਂਕੜ ਲੱਗੀ ਹੈ, ਮਹਾਰਸ ਨੂੰ ਵੀ ਫਿਰ ਔਂਕੜ ਲੱਗੀ ਹੋਈ ਹੈ, ਸੱਤ ਨੂੰ ਵੀ ਔਂਕੜ ਲੱਗੀ ਹੋਈ ਹੈ। ਕਹਿੰਦੇ ਜਿਹੜੇ ਰਸ ਦੁਨੀਆ ਦੇ ਵਿੱਚ ਪਦਾਰਥ ਚੋਗਾ ਪਿਆ ਹੋਇਆ ਆ, ਸੱਤ ਦੇ ਦੁਆਰਾ, ਸੱਤ ਕੀ ਹੈਗਾ? ਸੱਤ ਹੈਗਾ ਸੱਚਾਈ, ਸੱਤ ਹੈਗਾ ਸੱਚਾ ਆਚਰਣ, ਸੱਤ ਹੈਗਾ ਸਤ ਸੰਤੋਖ ਦਇਆ ਧਰਮ ਧੀਰਜ ਇਹ ਗੁਣ। ਰਸ ਸਤ ਝੋਲਣਾ ਕੀ ਹੈਗਾ? ਹਿਲਾਉਣਾ, ਉਹਨੂੰ ਹਿਲਾ ਕੇ ਉੱਪਰ ਜਿਹੜੀ ਹੈਗੀ ਕਾਈ ਹੈ, ਗੰਦਾ ਹੈਗਾ, ਉੱਪਰੋਂ ਸਾਈਡ ਤੋਂ ਹਟਾ ਲਓ, ਪਾਣੀ ਨਿਰਮਲ ਆ ਗਿਆ, ਉਹਨੂੰ ਪੀ ਲਓ। ਰਸ ਕਹਿੰਦੇ ਦੁਨਿਆਵੀ ਰਸ, ਇਹਨਾਂ ਨੂੰ ਝੋਲਣਾ ਪੈਣਾ, ਪਾਸੇ ਕਰਨੇ ਪੈਣੇ ਆ। ਕਾਮ ਕ੍ਰੋਧ ਲੋਭ ਮੋਹੰਕਾਰ ਇਹੀ ਤਾਂ ਪੱਥਰ ਲੱਗੇ ਹੋਏ ਆ, ਇਹਨਾਂ ਨੂੰ ਹਟਾਓ ਤੇ ਉਸੇ ਵੇਲੇ ਝਰਨਾ ਖੁੱਲ ਜਾਏਗਾ, ਮਹਾਰਸ ਆ ਜਾਏਗਾ, ਮਹਾਰਸ ਪਾ ਲੇਗਾ। ਜਲ ਆਕਾਸੀ ਸੁਨ ਸਮਾਵੈ, ਵਿਚਾਰ ਬੰਦ ਕਰੇਗਾ ਤੇ ਆ ਜਿਹੜਾ ਹੈਗੇ ਦੁਨਿਆਵੀ ਰਸ ਜਿਹੜੇ ਹੈਗੇ ਇਹਨਾਂ ਤੋਂ ਸੁਰਤ ਉੱਪਰ ਉੱਠ ਜਾਏਗੀ, ਇਹਨਾਂ ਦਾ ਧਿਆਨ ਹੀ ਨਹੀਂ ਆਏਗਾ, ਖਿਆਲ ਹੀ ਨਹੀਂ ਆਏਗਾ। ਇਸੇ ਵਾਸਤੇ ਧਿਆਨ ਸਿਮਰਨ ਕਰਨਾ, ਇਸੇ ਵਾਸਤੇ ਆਪਣੇ ਆਪ ਨੂੰ ਬਦਲਣਾ, ਆਪਣੇ ਵਿਚਾਰਾਂ 'ਤੇ ਆਪਾਂ ਨੇ ਧਿਆਨ ਦੇਣਾ ਹੈ। ਭਗਤੀ ਕੀ ਹੈਗੀ? ਭਗਤੀ ਹੈਗੀ ਭਾਈ ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਭਗਤੀ ਹੈਗੀ ਜਲ ਆਕਾਸੀ ਸੁਨ ਸਮਾਵੈ। ਜਿਚਰੇ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਅਹੰਕਾਰ, ਸ਼ਬਦੇ ਸਾਧ ਨਾ ਆਵਈ ਨਾਮ ਨਾ ਲਗੇ ਪਿਆਰ, ਸੇਵਾ ਥਾਏ ਨਾ ਪਵੇ ਤਿਸਕੀ, ਖਪ ਖਪ ਹੋਏ ਖੁਆਰ। ਆਇਆ ਪਾਏ ਸੁਣ ਦੇ ਵਿੱਚ ਸਮਾਉਣਾ, ਲਹਿਰਾਂ ਬੰਦ ਕਰਨੀਆਂ। ਜਲ ਆਕਾਸੀ ਸੁਨ ਸਮਾਵੇ, ਰਸ ਸਤ ਝੋਲ ਮਹਾਰਸ ਪਾਵੇ। ਐਸਾ ਗਿਆਨ ਸੁਨੋ ਅਬ ਮੋਰੇ, ਅਬ ਕਹਿੰਦੇ ਆ ਹਿਰਦਾ ਮਨ,
ਪਤੰਦਰਾ ਸੁਣ ਲਾ, ਆ ਗਿਆਨ ਲੈ ਲਾ, ਸੁਣ ਲਾ ਮੇਰੇ ਮਨਾ, ਸੁਣ ਲਾ ਇਸ ਗਿਆਨ ਨੂੰ, ਆ ਗਿਆਨ ਲੈ, ਆ ਉੱਪਰ ਦੱਸਿਆ ਗਿਆਨ, ਆ ਗਿਆਨ ਲੈ ਲਾ, ਐਸਾ ਗਿਆਨ ਸੁਣੋ ਮਨ ਮੇਰੇ, हे ਮੇਰੇ ਮਨਾ ਸੁਣ ਲਾ, ਆ ਗਿਆਨ ਲੈ ਲਾ। ਭਰਪੂਰ ਧਾਰ ਰਿਹਾ ਸਭ ਠੌਰੇ, ਉਹ ਮਾਲਕ ਪਰਮਾਤਮਾ ਪੂਰਨ ਤਰੀਕੇ ਦੇ ਨਾਲ ਹਰ ਜਗ੍ਹਾ 'ਤੇ ਪੂਰਾ ਭਰਿਆ, ਪੂਰਾ ਹਰ ਜਗ੍ਹਾ 'ਤੇ ਪੂਰਨ ਹੈਗਾ, ਰਵਿਆ ਹੋਇਆ। ਉਸਨੇ ਸਾਰੀ ਸ੍ਰਿਸ਼ਟੀ ਨੂੰ ਧਾਰਿਆ ਹੋਇਆ ਹੈ, ਸਾਰੀ ਸ੍ਰਿਸ਼ਟੀ ਉਹਦੇ ਸਪੋਰਟ 'ਤੇ ਹੈਗੀ ਆ, ਹਰ ਜਗ੍ਹਾ 'ਤੇ ਸਭ ਠੌਰੇ, ਹਰ ਪਾਸੇ ਹਰ ਜਗ੍ਹਾ 'ਤੇ ਭਰਪੂਰ ਹੈਗਾ ਮਾਲਕ ਪਰਮਾਤਮਾ, ਧਾਰ ਰਿਹਾ ਸਾਰੀ ਸ੍ਰਿਸ਼ਟੀ ਨੂੰ, ਚਲਾ ਰਿਹਾ ਮਾਲਕ ਪਰਮਾਤਮਾ। ਆਇਆ ਉਹਦਾ ਗਿਆਨ, ਆਇਆ ਉਹਦੇ ਨਾਲ ਇੱਕ ਮਿਕ ਹੋਣ ਦਾ, ਆਇਆ ਉਹਦੇ ਨੇੜਤਾ। ਉੱਤਰ ਆਉਕਟ ਸਰਵਰੇ ਨਾਵੈ, ਬਕੈ ਨਾ ਬੋਲੇ, ਹਰ ਗੁਣ ਗਾਵੈ, ਜਲ ਆਕਾਸੀ ਸੁਨ ਸਮਾਵੈ, ਰਸ ਸਤ ਝੋਲ ਮਹਾਰਸ ਪਾਵੈ। ਐਸਾ ਗਿਆਨ ਸੁਨੋ ਅਭ ਮੋਰੇ, ਭਰਪੂਰ ਧਾਰ ਰਿਹਾ ਸਭ ਠੌਰੇ। ਰਹਾਓ ਸੱਚ ਵਰਤ ਨੇਮ ਨਾ ਕਾਲ ਸੰਤਾਵੈ। ਆਇਆ ਭਾਈ ਸੱਚ ਦਾ ਵਰਤ, ਆ ਵਰਤ ਰੱਖ ਪਿਆਰਿਆ, ਆ ਨੇਮ ਕਰ, ਆ ਨੇਮ ਕਰ, ਆ ਗਿਆਨ ਲੈ, ਸੁਣਨ ਦੇ ਵਿੱਚ ਜਾ, ਵਿਚਾਰ ਦੇ ਵਿਚਾਰਾਂ ਤੇ ਕਾਬੂ ਪਰ, ਆਪਣੇ ਵਿਚਾਰ ਅਸਵਾਰੀ ਕੀਜੈ, ਸਹਿਜ ਕੇ ਪਾਵੜੇ ਪਗ ਤਰ ਲੀਜੈ। ਸੱਚ ਵਰਤ ਨੇਮ ਨਾ ਕਾਲ ਸੰਤਾਵ। ਫਿਰ ਕਾਲ ਕਿਵੇਂ ਸਤਾ ਸਕਦਾ ਹੈ ਪਿਆਰੇ, ਫਿਰ ਕਿਵੇਂ ਤੈਨੂੰ ਜਿਹੜਾ ਹੈਗਾ ਫੜ ਕੇ ਦੁਨੀਆ ਦੇ ਵਿੱਚ ਪਾ ਸਕਦਾ ਹੈ ਉਹ। ਸੱਚ ਵਰਤ ਨੇਮ ਨਾ ਕਾਲ ਸੰਤਾਵੈ, ਸਤਿਗੁਰ ਸ਼ਬਦੇ ਕ੍ਰੋਧ ਜਲਾਵੈ। ਆ ਲੈ ਸਤਿਗੁਰੂ ਦਾ ਗਿਆਨ, ਸਤਿਗੁਰੂ ਦੇ ਸ਼ਬਦ, ਧਿਆਨ ਸਿਮਰਨ, ਆਪਣੇ ਕ੍ਰੋਧ ਨੂੰ ਸਾੜ ਦੇ। ਗਗਨ ਨਿਵਾਸ ਸਮਾਧ ਲਗਾਵੈ। ਕੌਣ ਕਹਿ ਰਿਹਾ ਭਾਈ? ਦੇਖੋ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਵੀ ਗਗਨ ਮੰਡਲ ਜਾਣਾ ਪਊਗਾ, ਵਿਚਾਰ ਮੰਡਲ ਛੱਡਣਾ ਪਊਗਾ, ਉੱਥੇ ਨਿਵਾਸ ਕਰਨਾ ਪਊਗਾ। ਆਹੀ ਭਗਤੀ ਹੈਗੀ ਆ। ਗਗਨ ਨਿਵਾਸ ਸਮਾਧ ਲਗਾਵੇ, ਆਹੀ ਸਮਾਧੀ ਹੈਗੀ ਭਾਈ। ਸਮਾਧ ਕੀ ਹੁੰਦੀ ਆ? ਬਈ ਮਨ ਜਿਹੜਾ ਹੈਗਾ ਫ੍ਰੀ ਹੋ ਗਿਆ, ਕੋਈ ਵਿਚਾਰ ਨਹੀਂ ਹੈ। ਗਗਨ ਨਿਵਾਸ ਸਮਾਧ ਲਗਾਵੇ, ਪਾਰਸ ਪਰਸ ਪਰਮ ਪਦ ਪਾਵੇ। ਆਇਆ ਭਾਈ ਪਾਰਸ ਨੂੰ ਪਰਸਨਾ, ਜਿਹੜਾ ਹੈ ਪਾਰਸ ਨੂੰ ਪਰਸ ਲੂਗਾ, ਪਾਰਸ ਹੋ ਜਾਏਗਾ। ਉਹ ਸਭ ਤੋਂ ਉੱਚਾ ਪਰਮ ਪਦ ਪਰਮਾਤਮਾ ਦਾ ਰੂਪ ਹੋ ਜਾਏਗਾ, ਉਹ ਚੌਥੇ ਪਦ 'ਚ ਚਲੇ ਜਾਏਗਾ। ਇਹ ਪ੍ਰਕਿਰਤੀ ਇਹ ਜਿਹੜੀ ਹੈਗੀ ਆ ਤਮੋ ਰਜੋ ਸਤੋ ਤ੍ਰਿਗੁਣੀ ਮਾਇਆ, ਇਸ ਤੋਂ ਉੱਪਰ ਚਲੇ ਜਾਏਗਾ ਭਾਈ ਚੌਥੇ ਪਦ 'ਚ। ਪਾਰਸ ਪਰਸ ਪਰਮ ਪਦ ਪਾਵੇ। ਦੇਖੋ ਦੋ ਬੰਦ ਹੋਏ ਆ, ਕਿਸ ਤਰ੍ਹਾਂ ਜਿਹੜਾ ਹੈਗਾ ਗਿਆਨ, ਕਿਵੇਂ ਦਾ ਗਿਆਨ ਹੈ ਇਹਦੇ ਵਿੱਚ, ਕਿਵੇਂ ਦੇ ਸ਼ਬਦ ਹੈ, ਕਿਵੇਂ ਦੀ ਬਣਤਰ ਹੈਗੀ ਇਹਨਾਂ ਦੀ। ਸੱਚ ਮਨ ਕਾਰਨ ਤਤ ਬਿਲੋਵੈ। ਮਨ ਨੇ ਬੁਲਾਉਣਾ ਹੈ, ਦੇਖ ਲਓ। ਸੱਚ, ਸੱਚ, ਸੱਚ ਦੇ ਵਾਸਤੇ ਮਨ ਨੇ ਤਤ ਬਿਲਾਉਣਾ, ਤਤ ਲੈਣਾ ਹੈ ਮਨ ਨੇ। ਤਤ ਕੀ ਹੈਗਾ? ਤਤ ਹੈ ਉਹ ਮਾਲਕ ਪਰਮਾਤਮਾ। ਮਾਇਆ, ਮਾਇਆ ਜਿਹੜੀ ਦਿਖ ਰਹੀ ਹੈ ਇਹ ਤਤ ਨਹੀਂ ਹੈ, ਇਹ ਧੋਖਾ ਹੈਗਾ, ਟਰੈਪ ਹੈਗਾ। ਇਹਦੇ ਪਿੱਛੇ ਜੋ ਹੈਗਾ ਉਹ ਤਤ ਹੈਗਾ। ਸੱਚ ਮਨ ਕਾਰਨ ਤਤ ਬਿਲੋਵੇ। ਇਹਦੇ ਵਾਸਤੇ, ਸੱਚ ਦੀ ਪ੍ਰਾਪਤੀ ਵਾਸਤੇ, ਸੱਚ ਬਣਨ ਵਾਸਤੇ ਜਿਹੜਾ ਹੈਗਾ, ਇਹ ਸਰੀਰ ਤੋਂ, ਸਰੀਰ ਜਿਹੜਾ ਝੂਠਾ ਹੈਗਾ ਇਹਦੀ ਕੈਦ ਚੋਂ ਨਿਕਲਣ ਵਾਸਤੇ ਤਤ ਨੂੰ ਬੁਲਾਉਣਾ। ਦੁੱਖ ਸੁੱਖ ਤੋਂ ਉੱਪਰ ਉੱਠਣ ਵਾਸਤੇ, ਜਨਮ ਮਰਨ ਦੇ ਗੇੜੇ ਚੋਂ ਨਿਕਲਣ ਵਾਸਤੇ। ਸੁਭਰ ਸਰਵਰ ਮੈਲ ਨਾ ਧੋਵੈ। ਸੁਪਰੇ ਸਰਵਰੇ ਮੈਲ ਨਾ ਧੋਵੈ। ਕਹਿੰਦੇ ਭਰਿਆ, ਪੂਰਾ ਭਰਿਆ ਹੋਇਆ ਹੈ ਸਰੋਵਰ ਅੰਮ੍ਰਿਤ ਦੇ ਨਾਲ, ਉਹਦੇ ਵਿੱਚ ਕੋਈ ਮੈਲ ਨਹੀਂ ਹੈਗੀ। ਸੁਪਰੇ ਸਰਵਰੇ ਮੈਲ ਨਾ ਧੋਵੈ। ਕਹਿੰਦੇ ਉਹਦੇ 'ਚ ਇਸ਼ਨਾਨ ਕਰ ਲੇਗਾ ਤੇ ਤੇਰੀ ਵੀ ਮੈਲ ਉਤਰ ਜਾਏਗੀ। ਜੈਸਿਓ ਰਾਤਾ ਤੈਸੋਂ ਹੋਵੇ। ਜਿਹਦੇ ਨਾਲ ਰਤੇਗਾ, ਯਾਦ ਰੱਖ ਲਾ ਮਿੱਤਰਾ, ਜਿਹਦੇ ਨਾਲ ਰਤੇਗਾ ਉਹੇ ਜਿਹਾ ਹੋ ਜਾਏਗਾ। ਜੇ ਕਾਮ ਦੇ ਨਾਲ ਕਾਮੀਆਂ ਦੀ ਸੰਗਤ ਕਰੇਗਾ ਉਹੇ ਜਿਹਾ ਹੋਊਗਾ, ਲੋਭੀਆਂ ਦੀ ਕਰੇਗਾ ਉਹੇ ਜਿਹਾ ਹੋਊਗਾ, ਚੋਰਾਂ ਦੇ ਨਾਲ ਜਾਏਗਾ ਉਹੇ ਜਿਹਾ ਹੋ ਜਾਏਗਾ। ਪਰਮਾਤਮਾ ਦੇ ਨਾਲ ਸੰਗਤ ਕਰੇਗਾ ਪਰਮਾਤਮਾ ਵਰਗਾ ਹੋ ਜਾਏਗਾ। ਸੱਚ ਮਨ ਕਾਰਨ ਤਤ ਬਿਲੋਵੈ, ਸੁਪਰ ਸਰਵਰ ਮੈਲ ਨਾ ਧੋਵੈ। ਜੈਸਿਓ ਰਾਤਾ ਤੈਸੋ ਹੋਵੇ। ਆਪੇ ਕਰਤਾ ਕਰੇ ਸੋ ਹੋਵੇ।
ਮਾਲਕ ਕਰਤਾ ਹੈਗਾ, ਉਹਨੇ ਕਰਨਾ ਹੈ, ਜੋ ਕਰੂਗਾ ਉਹੀ ਹੋਊਗਾ, ਤੂੰ ਕਰਤਾ ਨਹੀਂ ਹੈਗਾ। ਗੁਰ ਹੀ ਸੀਤਲ ਅਗਨ ਬੁਝਾਵੈ, ਗੁਰੂ ਇੰਨਾ ਠੰਡਾ ਠਾਰਿਆ, ਇੰਨਾ ਸੀਤਲ ਹੈਗਾ, ਉਹਨੇ ਤ੍ਰਿਸ਼ਨਾ ਦੀ ਅੱਗ ਤੇਰੀ ਬੁਝਾ ਦੇਣੀ ਆ। ਆਹ ਗੁਰੂ ਗਿਆਨ ਦੇ ਰਿਹਾ, ਆਹ ਗਿਆਨ ਹੈਗਾ ਗੁਰੂ ਦਾ। ਗੁਰੂ ਕੌਣ ਹੈ? ਗੁਰੂ ਗਿਆਨ ਹੈਗਾ ਆਪਣਾ। ਗੁਰ ਹੀ ਸੀਤਲ ਅਗਨ ਬੁਝਾਵੈ, ਸੇਵਾ ਸੁਰਤ ਵਿਭੂਤ ਚੜਾਵੈ। ਸੇਵਾ ਕਰਨੀ ਪਊਗੀ ਸੁਰਤ ਦੇ ਨਾਲ। ਸੁਰਤ ਸ਼ਬਦ ਦੀ ਖੇਡ ਹੈਗੀ ਆ ਭਾਈ। ਸੇਵਾ ਸੁਰਤ ਵਿਭੂਤ ਚੜਾਵੈ, ਆਹੀ ਵਿਭੂਤ ਚੜਾਉਣੀ ਹੈ ਭਾਈ, ਆਹੀ ਵਿਭੂਤੀ ਲਾਉਣੀ ਹੈ। ਦਰਸ਼ਨ ਆਪ ਸਹਿਜ ਕਰ ਆਵੈ, ਆਇਆ ਭਾਈ ਦਰਸ਼ਨ। ਦਰਸ਼ਨ 6 ਦਰਸ਼ਨ ਕਹਿੰਦੇ ਆ, ਕਹਿੰਦੇ ਆ ਭਾਈ ਇਹ 7ਵਾਂ ਜਿਹੜਾ ਦਰਸ਼ਨ ਕਹਿੰਦੇ ਆ ਉਹ ਮਾਲਕ ਪਰਮਾਤਮਾ ਦਾ ਰੂਪ ਹੀ ਹੋ ਜਾਏਗਾ ਤੂੰ। ਆਇਆ ਦਰਸ਼ਨ, ਦਰਸ਼ਨ ਆਪ ਸਹਿਜ ਕਰ ਆਵੇ, ਸਹਿਜ ਘਰ ਦੇ ਵਿੱਚ ਆ ਜਾਏਗਾ। ਦਰਸ਼ਨ ਕਹਿੰਦੇ ਆ ਪੇਕ, ਦਰਸ਼ਨ 6 ਪੇਕ। ਖਟ ਦਰਸ਼ਨ ਕਹਿੰਦੇ ਆਇਆ ਭਾਈ ਦੇਖ, ਅਸਲੀ ਜਿਹੜਾ ਹੈਗਾ ਦਰਸ਼ਨ। ਦਰਸ਼ਨ ਆਪ ਸਹਿਜ ਕਰ ਆਵੇ, ਸਹਿਜ ਦੇ ਵਿੱਚ ਆ ਜਾਏਗਾ, ਵਿਚਾਰ ਬੰਦ ਹੋ ਜਾਣਗੇ। ਨਿਰਮਲ ਬਾਣੀ ਨਾਦ ਵਜਾਵੇ, ਆਇਆ ਨਿਰਮਲ ਬਣਨ ਦੀ ਬਾਣੀ, ਔਰ ਇਹਦੇ ਨਾਲ ਜਿਹੜੇ ਹੈਗੇ ਅੰਦਰ ਉਹ ਨਾਦ ਤੂਰ ਵੱਜ ਜਾਣੇ ਆ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, 5 ਤੱਤ ਜਿਹੜੇ ਹੈਗੇ ਵੱਜਣ ਲੱਗ ਪੈਂਦੇ। ਨਿਰਮਲ ਬਾਣੀ ਨਾਦ ਵਜਾਵੈ, ਅੰਤਰ ਗਿਆਨ ਮਹਾਰਸ ਸਾਰਾ। ਅੰਦਰ ਗਿਆਨ ਹੈਗਾ ਭਾਈ, ਆਹੀ ਗਿਆਨ ਹੈਗਾ। ਮਹਾਰਸ ਅੰਮ੍ਰਿਤ ਇਨਸਾਨ ਦੇ ਅੰਦਰ ਆ, ਸਾਰ ਤੱਤ ਵਸਤੂ ਇਹ ਮਹਾਰਸ ਦੇ ਵਾਸਤੇ ਆਹੀ ਗਿਆਨ ਹੈਗਾ। ਔਰ ਅੰਤਰ ਆਪਣੇ ਅੰਦਰ ਚੇਂਜਿਸ ਕਰਨੇ ਆ ਗਿਆਨ ਦੇ ਅਨੁਸਾਰ। ਇਹ ਗਿਆਨ ਕੀ ਹੈਗਾ? ਤੀਰਥ ਮਜਨ ਗੁਰ ਵਿਚਾਰਾ। ਇਹ ਗੁਰੂ ਹੀ ਹੈਗਾ ਭਾਈ, ਇਹੀ ਤੀਰਥ ਹੈਗਾ, ਇਹੀ ਮਜਨ ਹੈਗਾ, ਇਸੇ ਨੇ ਪਵਿੱਤਰ ਕਰਨਾ ਹੈ। ਇਹ ਗੁਰੂ ਦੀ ਵਿਚਾਰ। ਅੰਤਰ ਪੂਜਾ ਥਾਨ ਮੁਰਾਰਾ, ਪੂਜਾ ਅੰਦਰ ਦੀ ਆ ਪਿਆਰਿਆ, ਬਾਹਰ ਦੀ ਨਹੀਂ ਹੈ। ਤੇਰੇ ਅੰਦਰ ਹਿਰਦੇ 'ਚ ਹੀ ਮੁਰਾਰੀ ਦਾ ਥਾਨ ਹੈਗਾ। ਜੋਤੀ ਜੋਤ ਮਿਲਾਵਣ ਹਾਰਾ। ਇਸ ਤਰ੍ਹਾਂ ਜਿਹੜੀ ਹੈਗੀ ਆਪਣੀ ਜੋਤ ਉਹ ਮਾਲਕ ਪਰਮਾਤਮਾ ਦੀ ਜੋਤ ਦੇ ਵਿੱਚ ਮਿਲ ਜਾਂਦੀ ਹੈ, ਇੱਕ ਮਿੱਕ ਹੋ ਜਾਂਦੀ ਹੈ ਭਾਈ। ਫਿਰ ਕਿਹੜਾ ਪਛਾਣਦਾ ਹੈ? ਪਾਣੀ 'ਚ ਪਾਣੀ, ਬੂੰਦ ਦੇ ਬੂੰਦ ਰਲ ਗਈ ਸਮੁੰਦਰ ਦੇ ਵਿੱਚ। ਰਸ ਰਸਿਆ ਮਤ ਇੱਕ ਪਾਏ। ਇਸ ਤਰੀਕੇ ਦੇ ਨਾਲ ਜਿਹੜਾ ਇਸ ਰਸ ਦੇ ਵਿੱਚ ਰਸ ਜਾਂਦਾ ਹੈ, ਅੰਮ੍ਰਿਤ ਰਸ ਦੇ ਵਿੱਚ, ਮਤ ਇੱਕ ਹੈ ਪਾਏ। ਉਹ ਇੱਕ ਦੇ ਨਾਲ, ਪਾਏ ਕਹਿੰਦੇ ਪਿਆਰ। ਕਿਵੇਂ ਰਸ ਦੇ ਵਿੱਚ ਰਸਦਾ ਹੈ? ਇੱਕ ਮਾਲਕ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਦੁਆਰਾ। ਮਤ ਇੱਕ ਹੈ ਪਾਏ, ਆ ਮਤ ਆ। ਤਖਤ ਨਿਵਾਸੀ ਪੰਚ ਸਮਾਏ। ਤਖਤ ਤੇ ਨਿਵਾਸ ਹੋ ਜਾਂਦਾ ਹੈ, ਮਾਲਕ ਪਰਮਾਤਮਾ ਦਾ ਸਾਥ ਹੋ ਜਾਂਦਾ ਹੈ। ਪੰਚ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਜੇ ਸਮਾ ਜਾਂਦੇ। ਕਾਰ ਕਮਾਈ ਖਸਮ ਰਜਾਏ, ਆਇਆ ਖਸਮ ਦੀ ਰਜਾਏ, ਖਸਮ ਦੀ ਇੱਛਾ, ਉਹਦੀ ਰਜ਼ਾ ਦੇ ਵਿੱਚ ਜਿਹੜਾ ਹੈਗਾ ਕਾਰ ਕਮਾਉਣੀ ਹੈ। ਜੋ ਮਾਲਕ ਕਰ ਰਿਹਾ ਹੈ, ਜੋ ਮਾਲਕ ਜੋ ਜਿਸ ਤਰ੍ਹਾਂ ਦੇ ਰਿਹਾ ਹੈ, ਉਸੇ ਤਰੀਕੇ ਦੇ ਨਾਲ ਆਪਾਂ ਖੁਸ਼ਹਾਲੀ ਦੇ ਵਿੱਚ ਜਿਹੜੇ ਹੈਗੇ ਭਗਤੀ ਕਰੀਏ। ਨਹੀਂ ਤਾਂ ਅਵਗਤ ਨਾਥ ਨਾ ਲਿਖਿਆ ਜਾਏ। ਉਹ ਜਿਹਨੂੰ ਆਪਾਂ ਨਹੀਂ ਜਾਣਦੇ, ਅਵਗਤ ਕਹਿੰਦੇ ਆ। ਮੈਂ ਨਹੀਂ ਅਵਗਤ ਇਸ ਗੱਲ ਤੋਂ ਭਾਈ, ਕਿਹਨੇ ਇਹ ਕੰਮ ਕੀਤਾ ਮੈਨੂੰ ਨਹੀਂ ਪਤਾ, ਮੈਂ ਅਵਗਤ ਨਹੀਂ ਹਾਂ। ਅਵਗਤ ਮਤਲਬ ਜਿਹਨੂੰ ਆਪਾਂ ਨਹੀਂ ਜਾਣਦੇ। ਨਾਥ ਕਹਿੰਦੇ ਹੈ ਨਾਥ ਹੋ ਮਾਲਕ ਪਰਮਾਤਮਾ, ਸਾਰੇ ਸ੍ਰਿਸ਼ਟੀ ਦਾ, ਸਾਰਿਆਂ ਨੂੰ ਨੱਥਿਆ ਹੋਇਆ ਉਹਨੇ। ਨਾ ਲਿਖਿਆ ਜਾਏ, ਨਹੀਂ ਲਿਖਿਆ ਜਾਂਦਾ। ਐਸ ਸੱਚ ਹੋਰ ਕਿਸੇ ਤਰੀਕੇ ਦੇ ਨਾਲ ਨਹੀਂ ਲਿਖਿਆ ਜਾਂਦਾ। ਜਲ ਮੈਂ ਉਪਜੈ ਜਲ ਤੇ ਦੂਰ। ਪਰਮਾਤਮਾ ਦੇਖੋ, ਹੁਣ ਪਰਮਾਤਮਾ ਦੇ ਬਾਰੇ ਦੱਸ ਰਹੇ ਮਹਾਰਾਜ। ਜਲ ਮੈਂ ਉਪਜੇ ਜਲ ਤੇ ਦੂਰ। ਹੁਣ ਇਹਨੂੰ ਡਾਇਰੈਕਟ ਆਪਾਂ ਇਸ ਚੋਂ ਕੀ ਲੱਭ ਲਾਵਾਂਗੇ? ਜਲ ਮੈਂ ਉਪਜੇ ਜਲ ਤੇ ਦੂਰ। ਜਲ ਤੋਂ ਪੈਦਾ ਹੁੰਦਾ, ਜਲ ਤੋਂ ਦੂਰ ਹੈ। ਜਲ ਮੈਂ ਜੋਤ ਰਹਾ ਭਰਪੂਰ। ਮਾਫ ਕਰਨਾ ਜੀ। ਜਲ ਮੈਂ ਉਪਜੇ ਜਲ ਤੇ ਦੂਰ।
ਹੁਣ ਦੇਖ ਲਓ ਪਾਣੀ ਦੇ ਵਿੱਚ ਜਿਹੜਾ ਹੈਗਾ ਕਿਤੇ ਮਰਜੀ ਕਿੰਨੇ ਮਰਜੀ ਘੜੇ ਰੱਖ ਦਿਓ, ਕਿਤੇ ਮਰਜੀ ਪਾਣੀ ਹੋਏ, ਸੂਰਜ ਦਾ ਅਕਸ਼ ਪੈਂਦਾ ਹੈ ਤੇ ਦੇਖੋ ਸਾਰਿਆਂ ਦੇ ਵਿੱਚ ਪੈਂਦਾ ਹੈ। ਜਲ ਮੈਂ ਉਪਜੈ ਜਲ ਤੇ ਦੂਰ, ਪਰ ਹੈ ਸੂਰਜ ਜਿਹੜਾ ਹੈਗਾ ਜਲ ਦੇ ਵਿੱਚ, ਸੂਰਜ ਥੋੜ੍ਹੀ ਨਾ ਹੈਗਾ। ਇਸ ਤਰੀਕੇ ਦੇ ਨਾਲ ਮਾਲਕ ਪਰਮਾਤਮਾ ਰਵਿਆ ਹੋਇਆ ਸਾਰਿਆਂ ਦੇ ਵਿੱਚ। ਜਲ ਮੈਂ ਉਪਜੈ ਜਲ ਤੇ ਦੂਰ, ਜਲ ਮੈਂ ਜੋਤ ਰਿਹਾ ਭਰਪੂਰ। ਜਲ ਦੇ ਵਿੱਚ ਹੈਗਾ ਭਾਈ ਜੋਤ ਦਿਸਦੀ ਆ ਸਾਰਿਆਂ ਦੇ ਵਿੱਚ। ਇਸ ਤਰੀਕੇ ਦੇ ਨਾਲ ਮਾਲਕ ਪਰਮਾਤਮਾ ਭਰਪੂਰ ਹੈਗਾ। ਜਲ ਮੈਂ ਉਪਜੇ ਜਲ ਤੇ ਦੂਰ, ਸਾਰਿਆਂ ਦੇ ਨੇੜੇ ਹੈਗਾ, ਸਾਰਿਆਂ ਦੇ ਅੰਦਰ ਹੈਗਾ ਔਰ ਸਾਰਿਆਂ ਤੋਂ ਦੂਰ ਵੀ ਹੈਗਾ। ਪਕੜ ਤੋਂ ਅਵਗਤ ਹੈਗਾ ਨਾਥ, ਲਖਿਆ ਨਹੀਂ ਜਾਂਦਾ, ਹੈ ਸਾਰਿਆਂ ਦੇ ਵਿੱਚ। ਜਲ ਮੈਂ ਉਪਜੇ ਜਲ ਤੇ ਦੂਰ, ਜਲ ਮੈਂ ਜੋਤ ਰਿਹਾ ਭਰਪੂਰ। ਕਿਸ ਨੇੜੇ ਕਿਸ ਆਖਾਂ ਦੂਰ। ਹੁਣ ਮੈਂ ਕੀ ਕਵਾਂ ਭਾਈ, ਕਿਹਦੇ ਨੇੜੇ ਹੈਗਾ, ਕਿਸ ਤੋਂ ਦੂਰ ਹੈ ਮਾਲਕ ਪਰਮਾਤਮਾ। ਨਿੱਧ ਗੁਣ ਗਾਵਾਂ ਦੇਖਾ ਦੂਰ, ਕਹਿੰਦੇ ਉਹ ਗੁਣਾਂ ਦੇ ਖਜ਼ਾਨੇ ਨੂੰ ਮੈਂ ਤਾਂ ਦੇਖ ਕੇ ਉਹਦੀ ਹਜ਼ੂਰੀ ਦੇ ਵਿੱਚ ਜਿਹੜਾ ਹੈਗਾ ਉਸ ਮਾਲਕ ਨੂੰ ਆਪਣੇ ਅੰਗ ਸੰਗ ਦੇਖ ਕੇ ਗੁਣ ਗਾਉਣਾ ਹੈ। ਨਿੱਧ ਗਾਵਾਂ ਗੁਣ ਗਾਵਾਂ ਦੇਖ ਦੂਰ, ਅੰਤਰ ਬਾਹਰ ਏ ਔਰ ਨਾ ਕੋਈ। ਕਹਿੰਦੇ ਅੰਦਰ ਬਾਹਰ ਕੋਈ ਹੋਰ ਦੂਸਰਾ ਨਹੀਂ ਹੈਗਾ। ਜੋ ਤਿਸ ਪਾਵੇ ਸੋ ਪੁਨ ਹੋਏ। ਜੋ ਮਾਲਕ ਪਾਉਂਦਾ ਹੈ ਮਾਲਕ ਨੂੰ ਉਹ ਅਵਸ਼ ਹੁੰਦਾ, ਉਹੀ ਹੁੰਦਾ। ਆਖਰੀ ਦੇ ਵਿੱਚ ਦੱਸ ਰਹੇ ਹੁਣ ਇਹ ਮਹਾਰਾਜ ਜਿਹੜੇ ਹੈਗੇ ਕਿਹਨੂੰ ਗਿਆਨ ਦੇ ਰਹੇ ਸੀ, ਇਹ ਜੋਗੀਆਂ ਨੂੰ ਗਿਆਨ ਦੇ ਰਹੇ ਸੀ। ਭਰਥਰ ਜਿਹੜਾ ਹੈਗਾ ਜੋਗੀਆਂ ਦਾ ਉਸਤਾਦ ਜਿਹੜਾ ਸੀਗਾ ਉਹਨੂੰ ਗਿਆਨ ਦੇ ਰਹੇ ਸੀਗੇ। ਉਹਦੇ ਨਾਲ ਗੋਸ਼ਟੀ ਹੋ ਰਹੀ ਸੀਗੀ। ਸੁਣ ਭਰਥਰੇ ਨਾਨਕ ਕਹੇ ਵਿਚਾਰ। ਹੇ ਭਰਥਰ, ਹੇ ਜੋਗੀ, ਆ ਵਿਚਾਰ ਸੁਣ ਲਾ ਜੋ ਤੈਨੂੰ ਉੱਪਰ ਦੱਸੀ ਆ ਜੋ ਗੱਲ ਹੋਈ ਆ, ਇਹ ਗੱਲ ਨੂੰ ਧਿਆਨ ਦੇ, ਇਹ ਗੱਲ ਨੂੰ ਵਿਚਾਰ ਕਰ। ਸੁਣ ਭਰਥਰ ਨਾਨਕ ਕਹੇ ਵਿਚਾਰ। ਨਾਨਕ ਦੇ ਕੱਕੇ ਨੂੰ ਔਂਕੜ ਲਗਾਈ ਆ ਮਹਾਰਾਜ ਨੇ, ਪਹਿਲੀ ਪਾਤਸ਼ਾਹੀ। ਸੁਣ ਭਰਥਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਕਹਿੰਦੇ ਭਾਈ ਮੇਰੇ ਕੋਲ ਕਹਿੰਦੇ ਨਾ ਤੁਹਾਡਾ ਆਸਰਾ ਕੀ ਹੈਗਾ, ਤੁਸੀਂ ਕਿਹੜੇ ਸ਼ਬਦ ਨੂੰ, ਤੁਹਾਡਾ ਗੁਰੂ ਕੌਣ ਹੈ, ਤੁਹਾਡਾ ਮੂਲ ਕੀ ਹੈਗਾ। ਕਵਣ ਮੂਲ ਕਵਣ ਮਤ ਵੇਲਾ, ਕਵਣ ਗੁਰੂ ਜਿਸ ਕਾ ਤੂੰ ਚੇਲਾ। ਕਹਿੰਦੇ ਆਇਆ ਭਾਈ ਨਿਰਮਲ ਨਾਮ ਮੇਰਾ ਆਧਾਰ, ਮੇਰਾ ਤਾਂ ਨਾਮ ਹੀ ਆਧਾਰ ਹੈ, ਪਰਮੇਸ਼ਰ ਦਾ ਨਾਮ। ਮੈਂ ਉਹ ਮਾਲਕ ਪਰਮਾਤਮਾ ਦੀ ਬੰਦਗੀ ਕਰਦਾ ਹੈ। ਹੇ ਭਰਥਰ ਜੋਗੀ, ਆ ਉੱਪਰ ਤੈਨੂੰ ਜਿਹੜਾ ਹੈਗਾ ਇਹ ਧਿਆਨ ਸਿਮਰਨ ਦਾ ਪੂਰਾ ਦਾ ਪੂਰਾ ਮਹਾਰਾਜ ਨੇ ਜਿਹੜਾ ਗਿਆਨ ਦੇ ਦਿੱਤਾ। ਨਿਰਮਲ ਨਾਮ ਮੇਰਾ ਆਧਾਰ, ਨਿਰਮਲ ਨਾਮ ਜਿਹੜਾ ਹੈਗਾ ਮੈਲ ਦੂਰ ਕਰਨ ਵਾਲਾ, ਉਹ ਮੇਰਾ ਆਧਾਰ ਆ। ਮੈਂ ਬਸ ਉਸੇ ਦੇ ਉੱਤੇ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਓਰੀਐਂਟ ਕੀਤਾ ਹੋਇਆ। ਬਾਕੀ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿਹੜਾ ਹੈਗਾ ਮੈਂ ਲੋਗਨ ਸੇ ਮੇਰਾ ਠਾਠਾ ਵਾਗਾ, ਇਸ ਤਰ੍ਹਾਂ ਜਿਹੜਾ ਹੈਗਾ ਇਹ ਮਹਾਰਾਜ ਦਾ ਜਿਹੜਾ ਸ਼ਬਦ ਸੀਗਾ ਜੀ। ਇਹਦੇ ਵਿੱਚ ਭੁੱਲਾਂ ਚੁੱਕਾਂ ਦੀ ਖਿਮਾ, ਕਿਉਂਕਿ ਕੀ ਪਤਾ ਆਪਾਂ ਕਿੰਨਾ ਕੁ ਜਿਹੜੇ ਹੈਗੇ ਜੋ ਮਹਾਰਾਜ ਨੇ ਜਿੰਨੀ ਕੁ ਵਿਚਾਰ ਦਿੱਤੀ ਹੈ ਉਹ ਵਾਹ ਹੈ ਜੀ। ਬਸ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਸਾਧ ਸੰਗਤ ਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ